ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਇਮੀਗ੍ਰੇਸ਼ਨ ਦਾ ਵਿਸ਼ੇਸ਼ ਪ੍ਰੋਗਰਾਮ ਸ਼ਨੀਚਰਵਾਰ ਨੂੰ ਲੈ ਕੇ ਹਾਜ਼ਰ ਹਾਂ। ਅੱਜ 5 ਦਸੰਬਰ ਦਿਨ ਜਿਹੜਾ ਸ਼ਨੀਚਰਵਾਰ, ਅਤੇ ਮੇਰੇ ਨਾਲ ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਨ ਦੇ ਲਈ ਇਮੀਗ੍ਰੇਸ਼ਨ ਦੇ ਅਟਰਨੀ ਜਗਵੀਰ ਜੇ ਟੇੜਕੀਆਣਾ ਜੀ ਜੁੜ ਚੁੱਕੇ ਨੇ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਦਿੱਤਾ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ ਤੁੰਗ, ਹਰਬੰਸ ਕੌਰ ਤੁੰਗ, ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਮਰਾ ਟੈਕਸਸ, ਨਰਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਿਲਵੇਨੀਆ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ, ਕਰਨੈਲ ਸਿੰਘ ਰੰਧਾਵਾ ਗੁਰਬਚਨ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਆਪਣੇ ਸਰੋਤਿਆਂ ਨੂੰ ਦੱਸ ਜਾਈ ਵੀ ਅੱਜ ਅਸੀਂ ਤੁਹਾਡੀਆਂ ਜਿਹੜੀਆਂ ਇਮੀਗ੍ਰੇਸ਼ਨ ਦੇ ਬਾਬਤ ਕਾਲਸ ਜਿਹੜੀਆਂ ਆ ਉਹ ਨਹੀਂ ਲੈ ਸਕਾਂਗੇ। ਅੱਜ ਸਿਰਫ ਆਪਾਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਅਹਿਮ ਜਾਣਕਾਰੀਆਂ, ਖਬਰਾਂ ਆ, ਉਹ ਆਪਾਂ ਇਮੀਗ੍ਰੇਸ਼ਨ ਦੇ ਅਟਰਨੀ ਜਗਵੀਰ ਜੇ ਟੇੜਕੀਆਣਾ ਦੇ ਨਾਲ ਕਰਾਂਗੇ। ਇਸ ਵਾਰ ਕਾਲਾਂ ਜਿਹੜੀਆਂ ਉਹ ਨਹੀਂ ਲੈ ਸਕਾਂਗੇ ਕਿਉਂਕਿ ਜਿਹੜੀ ਕੈਲੀਫੋਰਨੀਆ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਕਾਰ ਟਰੱਕ ਰੈਲੀ ਹੋਣੀ, ਉੱਥੇ ਜਿਹੜੀ ਪੰਜਾਬੀ ਰੇਡੀਓ USA ਦੀ ਟੀਮ ਪਹੁੰਚ ਰਹੀ ਆ। ਸੋ ਉਸ ਕਰਕੇ ਜਿਹੜੀਆਂ ਅੱਜ ਕਾਲਸ ਨਹੀਂ ਲੈ ਸਕਾਂਗੇ। ਅਤੇ ਗੱਲਬਾਤ ਦਾ ਸਿਲਸਿਲਾ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਸ਼ੁਰੂ ਕਰਦੇ ਜਾਈਏ। ਜਿੱਦਾਂ ਆਪਾਂ ਜਾਣਦੇ ਹਾਂ ਵੀ ਅਗਲੇ ਸਾਲ ਜਿਹੜਾ ਜਨਵਰੀ ਦੇ ਮਹੀਨੇ ਦੇ ਵਿੱਚ ਨਵਾਂ ਪ੍ਰਸ਼ਾਸਨ ਜਿਹੜਾ ਉਹ ਆ ਰਿਹਾ ਆ, ਪਰ ਅਜੇ ਹਾਲ ਦੀ ਘੜੀ ਟਰੰਪ ਪ੍ਰਸ਼ਾਸਨ ਦੇ ਅਧੀਨ ਹੀ ਸਾਰਾ ਕੁਝ ਚੱਲ ਰਿਹਾ ਆ। ਪਰ ਇੱਕ ਜਿਹੜੀ ਖਬਰ ਰਾਈਟ ਨਾਓ ਜਗਵੀਰ ਜੀ ਜਿਹੜੀ ਆ ਰਹੀ ਆ ਵੀ USCIS ਨੇ ਰਿਫਿਊਜੀਜ਼ ਅਤੇ ਅਸਾਈਲੀਜ਼ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਲਈ ਪਟੀਸ਼ਨਾਂ ਕੀਤੀਆਂ ਹੋਈਆਂ ਆ, ਉਹਨਾਂ ਦੇ ਲਈ ਇੰਟਰਵਿਊਜ਼ ਨੂੰ ਐਕਸਪੈਂਡ ਕੀਤਾ ਆ। ਇਸ ਦਾ ਕੀ ਮਤਲਬ ਆ ਅਤੇ ਇਸ ਦੇ ਕੀ ਮਾਇਨੇ ਆ? ਜੀ, ਜਦੋਂ ਵੀ ਕਿਸੇ ਦਾ ਵੀ ਅਸਾਈਲਮ ਅਪਰੂਵ ਹੁੰਦਾ ਹੈ, ਉਹ 1 ਸਾਲ ਬਾਅਦ ਆਪਣਾ ਗ੍ਰੀਨ ਕਾਰਡ ਫਾਈਲ ਕਰ ਸਕਦਾ ਹੈ। ਤੇ ਅਸਾਈਲਮ ਅਪਰੂਵ ਹੁੰਦੇ ਹੀ ਉਹ ਆਪਣੇ ਫੈਮਿਲੀ ਮੈਂਬਰਸ ਲਈ ਪਟੀਸ਼ਨ ਕਰ ਸਕਦਾ ਹੈ। ਤੇ ਫੈਮਿਲੀ ਮੈਂਬਰ ਨੂੰ ਪਟੀਸ਼ਨ ਕਰਨ ਲਈ ਇੱਕ ਫਾਰਮ ਹੁੰਦਾ ਸੀਗਾ I-730। I-730 ਤੁਸੀਂ ਇਮੀਗ੍ਰੇਸ਼ਨ USCIS ਦੇ ਕੋਲ ਫਾਈਲ ਕਰਦੇ ਹੋ। ਜਦੋਂ 730 ਤੁਹਾਡਾ ਅਪਰੂਵ ਹੋ ਜਾਂਦਾ ਸੀਗਾ ਤੇ ਫਿਰ ਇਮੀਗ੍ਰੇਸ਼ਨ ਜਿਹੜੀ ਤੁਹਾਡੀ ਪਟੀਸ਼ਨ ਹੈ ਉਹ ਅੱਗੇ NVC ਨੂੰ ਭੇਜ ਦਿੰਦੀ ਸੀਗੀ ਤੇ NVC ਅੱਗੇ ਕੌਂਸੂਲੇਟ ਆਫਿਸਰ ਨਾਲ ਸੰਪਰਕ ਕਰਕੇ ਜਿਹੜੇ ਫੈਮਿਲੀ ਮੈਂਬਰ ਹੈ ਉੱਥੇ ਮਾਈਨਰ ਚਿਲਡਰਨ ਹੈ 21 ਸਾਲ ਤੋਂ ਥੱਲੇ ਵਾਲੇ ਤੇ ਜਿਹੜੇ ਸਪਾਊਸ ਆ ਉਹਨਾਂ ਨੂੰ ਵੀਜ਼ਾ ਦੇ ਦਿੰਦੇ ਸੀਗੇ, ਇਮੀਗ੍ਰੈਂਟ ਵੀਜ਼ਾ, ਤੇ ਉਹ ਐਜ਼ ਅ ਡੈਰੀਵੇਟਿਵ ਅਸਾਈਲੀ ਆ ਜਾਂਦੇ ਸੀਗੇ ਤੇ ਆ ਕੇ ਉਹਨਾਂ ਨੂੰ ਵੀ ਇੱਥੇ ਗ੍ਰੀਨ ਕਾਰਡ ਮਿਲ ਜਾਂਦਾ ਸੀਗਾ। ਹੁਣ ਕੀ ਹੋਇਆ ਕਿ ਪਿਛਲੇ 2 ਸਾਲਾਂ ਤੋਂ ਆਪਾਂ ਇਹ ਦੇਖਿਆ, ਜਿੱਦਾਂ ਫॉर ਐਗਜ਼ਾਮਪਲ ਜਿਹੜਾ ਰਿਲੀਜੀਅਸ ਵਰਕਰ ਵੀਜ਼ਾ ਸੀਗਾ ਜੀ, ਜਦੋਂ R1 ਵਾਲੇ ਆਪਣਾ ਗ੍ਰੀਨ ਕਾਰਡ ਫਾਈਲ ਕਰਦੇ ਸੀਗੇ ਤੇ ਪਿੱਛੋਂ ਵੀ ਫੋਲੋ ਟੂ ਜੁਆਇਨ ਆਪਣੇ ਜਿਹੜੇ ਬਾਕੀ ਡਿਪੈਂਡੈਂਟ ਫੈਮਿਲੀ ਮੈਂਬਰ ਜਾਂ ਸਪਾਊਸ ਆ ਉਹਨਾਂ ਨੂੰ ਇੰਡੀਆ ਪਟੀਸ਼ਨ ਕਰਦੇ ਸੀਗੇ। ਤੇ ਪਿਛਲੇ 2 ਸਾਲਾਂ ਤੋਂ ਆਪਾਂ ਇਹ ਦੇਖ ਰਹੇ ਹਾਂ ਕਿ ਜਿਹੜੇ ਕੌਂਸੂਲੇਟ ਆ ਉਹਨਾਂ ਨੂੰ ਕਾਫੀ ਸਵਾਲ ਜਵਾਬ ਪੁੱਛਣ ਲੱਗ ਪਏ ਸੀਗੇ ਕਿ ਤੁਹਾਡੇ ਹਸਬੈਂਡ ਜਾਂ ਵਾਈਫ ਜਿਹੜੇ ਗਏ ਨੇ ਆਰ ਵੀਜ਼ੇ ਤੇ ਕੀ ਜੌਬ ਕਰਦੇ ਨੇ, ਕਿੱਦਾਂ ਦੀਆਂ ਡਿਊਟੀਜ਼ ਪਰਫਾਰਮ ਕਰਦੇ ਨੇ। ਤੇ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਜਿਹੜੇ ਫੈਮਿਲੀ ਮੈਂਬਰਸ ਆ ਉਹ ਪ੍ਰਿਪੇਅਰ ਨਹੀਂ ਹੁੰਦੇ ਸੀਗੇ ਕਿ ਉਹ ਦੱਸ ਨਹੀਂ ਸਕਦੇ ਸੀਗੇ ਕਿ ਕਿਹੜੀਆਂ ਐਜ਼ ਅ ਮਿਨਿਸਟਰ ਕਿਹੜੀਆਂ ਡਿਊਟੀ ਪਰਫਾਰਮ ਕਰਦੇ ਸੀਗੇ। ਤੇ ਕਈ ਵਾਰੀ ਆਪਾਂ ਦੇਖਿਆ ਕਿ ਉਹ ਨਾ ਜਵਾਬ ਗਲਤ ਦਿੰਦੇ ਸੀਗੇ, ਉਹ ਲੰਗਰ ਦੀ ਸੇਵਾ ਕਰਦੇ ਆ, ਉਹ ਕੋਈ ਹੋਰ ਇੱਦਾਂ ਦੇ ਛੋਟੇ-ਮੋਟੇ ਕੰਮ ਦੱਸ ਦਿੰਦੇ ਸੀਗੇ ਕਿ ਜਿਹੜੇ ਆਰ ਵੀਜ਼ੇ ਲਈ ਕੁਆਲੀਫਾਈ ਨਹੀਂ ਕਰਦੇ ਸੀਗੇ। ਤੇ ਉਹਦੇ ਬੇਸ ਤੇ ਆਪਾਂ ਦੇਖਿਆ ਕਿ ਇੱਕ ਬੜਾ ਟ੍ਰੈਂਡ ਚੱਲਿਆ, ਉਹਨਾਂ ਨੇ ਬੜੇ ਸਾਰੇ ਆਰ ਵੀਜ਼ੇ ਡਿਨਾਈ ਕਰਤੇ, ਬੜੇ ਸਾਰੇ ਲੋਕਾਂ ਨੂੰ ਫਿਰ ਉਹਨਾਂ ਨੇ ਉੱਥੇ ਉਹਨਾਂ ਦਾ ਵੀਜ਼ਾ ਰਿਫਿਊਜ਼ ਕੀਤਾ, ਪਹਿਲਾਂ ਜਿਹੜੇ ਡਿਪੈਂਡੈਂਟ ਸੀਗੇ, ਤੇ ਫਿਰ ਵਾਪਸ ਉਹਨਾਂ ਨੇ ਪਟੀਸ਼ਨ ਇਮੀਗ੍ਰੇਸ਼ਨ ਨੂੰ ਵੀ ਵਾਪਸ ਰੈਵੋਕੇਸ਼ਨ ਕਰਨ ਲਈ ਭੇਜੀ। ਤੇ ਹੁਣ ਇਹ ਜਿਹੜੀ ਸੇਮ ਪਾਲਿਸੀ ਆ ਉਹ ਅਸਾਈਲਮ ਦੇ ਵਿੱਚ ਲੈ ਕੇ ਜਾ ਰਹੇ ਨੇ ਕਿ ਜਿਹੜੇ ਉੱਥੇ ਤੁਹਾਡੇ ਡੈਰੀਵੇਟਿਵ ਅਸਾਈਲਮ ਐਪਲੀਕੇਸ਼ਨ ਹੈ ਉਹਨਾਂ ਤੋਂ ਵੀ ਉਹ ਕਾਫੀ ਸਵਾਲ ਪੁੱਛ ਸਕਦੇ ਨੇ ਅਸਾਈਲਮ ਦੇ ਰਿਲੇਟਡ। ਫॉर ਐਗਜ਼ਾਮਪਲ ਜੇ ਤੁਸੀਂ ਕਿਹਾ ਹੋਇਆ ਕਿ ਕਿਸੇ ਸਰਟਨ ਡੇਟ ਨੂੰ ਤੁਹਾਡੇ ਤੇ ਹਮਲਾ ਹੋਇਆ ਜਾਂ ਤੁਸੀਂ ਕੋਈ ਸਪੈਸੀਫਿਕ ਪੋਲੀਟੀਕਲ ਪਾਰਟੀ ਜੁਆਇਨ ਕੀਤੀ ਹੈ ਜਾਂ ਤੁਸੀਂ ਕਿਸੇ ਦਿਨ ਕਿਸੇ ਏਰੀਆ ਦੇ ਵਿੱਚ ਸੀਗੇ ਜਿੱਥੇ ਤੁਹਾਡੇ ਤੇ ਅਟੈਕ ਹੋਇਆ, ਤੇ ਉਹ ਪਹਿਲਾਂ ਤਾਂ ਤੁਹਾਡੇ ਕੋਲ ਜਿੱਦਾਂ ਇੱਥੇ ਇਮੀਗ੍ਰੇਸ਼ਨ ਜੱਜ ਜਾਂ ਅਸਾਈਲਮ ਆਫਿਸਰ ਤੁਹਾਡੇ ਕੋਲ US ਦੇ ਵਿੱਚ ਸਵਾਲ ਪੁੱਛਦਾ, ਇੱਦਾਂ ਹੀ ਸੇਮ ਜਿਹੜਾ ਕੌਂਸੂਲੇਟ ਆਫਿਸਰ ਹੈ ਉਹ ਤੁਹਾਡੇ ਫੈਮਿਲੀ ਮੈਂਬਰਸ ਤੋਂ ਵੀ ਸਵਾਲ ਪੁੱਛ ਸਕਦਾ ਹੈ। ਤੇ ਜੇ ਉਹਨਾਂ ਨੂੰ ਲੱਗਿਆ ਕਿ ਕੋਈ ਡਿਸਕ੍ਰਿਪੈਂਸੀ ਹੈ ਕਿ ਕੋਈ ਜਿਹੜਾ ਫਰਾਡ ਹੋਇਆ, ਕੋਈ ਜਾਂ ਉਹਨਾਂ ਨੂੰ ਕੋਈ ਨਵੀਂ ਇਨਫੋਰਮੇਸ਼ਨ ਪਤਾ ਲੱਗਦੀ ਹੈ, ਉਹ ਉਹਨਾਂ ਦਾ ਵੀਜ਼ਾ ਰਿਫਿਊਜ਼ ਕਰਕੇ ਉਹ ਇਨਫੋਰਮੇਸ਼ਨ ਇਕੱਠੀ ਕਰਕੇ ਵਾਪਸ ਇੱਥੇ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਭੇਜਣਗੇ, ਜਿਹਦੇ ਦੇ ਨਾਲ ਕਿ ਤੁਹਾਡਾ ਜਿਹੜਾ ਅਸਾਈਲਮ ਅਪਰੂਵ ਹੋਇਆ ਉਹਦੇ ਉੱਤੇ ਵੀ ਖਤਰਾ ਪੈ ਸਕਦਾ ਹੈ। ਤੇ ਇਹ ਜਿਹੜੀ ਫਿਰ ਆਪਾਂ ਮਤਲਬ ਇਹ ਕਾਫੀ ਮੇਜਰ ਸਟੈਪ ਹੋ ਸਕਦਾ ਹੈ। ਹੁਣ ਇਹਨਾਂ ਨੇ ਇਹ ਕਿਹਾ ਕਿ ਸਾਡੀ ਇਹ ਐਕਸਪੈਂਸ਼ਨ ਦਾ ਇਰਾਦਾ ਹੈਗਾ, ਪਰ ਇਹਨੂੰ ਆਪਾਂ
2 ਫੇਜ਼ਸ ਦੇ ਵਿੱਚ ਇੰਪਲੀਮੈਂਟ ਕਰਾਂਗੇ। ਜਿਹੜਾ ਸਾਡਾ ਪਹਿਲਾ ਫੇਜ਼ ਹੈ ਉਹ ਇੱਥੇ ਹੈ ਕਿ ਜਿਨ੍ਹਾਂ ਦਾ ਕੇਸ ਅਪਰੂਵ ਹੋਇਆ ਤੇ ਜਿਨ੍ਹਾਂ ਦੇ ਫੈਮਿਲੀ ਮੈਂਬਰਸ ਵੀ ਇੱਥੇ ਯੂਐਸ ਦੇ ਵਿੱਚ ਆਲਰੇਡੀ ਹੈਗੇ ਨੇ, ਤੇ ਦੂਜੇ ਫੇਜ਼ ਦੇ ਵਿੱਚ ਆਪਾਂ ਉਹਨਾਂ ਦੇ ਪਿੱਛੇ ਜਾਵਾਂਗੇ ਜਿਹੜਾ ਕਿ ਇੱਥੋਂ ਦੀ ਕੇਸ ਅਪਰੂਵ ਹੋਇਆ ਪਰ ਜਿਹਦੇ ਫੈਮਿਲੀ ਮੈਂਬਰਸ ਓਵਰਸੀਜ਼ ਹੈਗੇ ਨੇ, ਜਿਹੜੇ 730 ਪਟੀਸ਼ਨ ਅਪਲਾਈ ਕਰਦੇ ਨੇ। ਜੀ, ਜੀ। ਸੋ ਮੌਜੂਦਾ ਜਿਨ੍ਹਾਂ ਦੇ ਕੇਸ ਫਿਰ ਚੱਲ ਰਹੇ ਆ, ਸੋ ਉਹਨਾਂ ਉੱਤੇ ਵੀ ਇਸ ਦਾ ਜਿਹੜਾ ਡੈਫੀਨਿਟਲੀ ਅਸਰ ਰਹੂਗਾ? ਜੀ, ਹੁਣ ਸਾਰੇ ਕਲਾਇੰਟਸ ਨੂੰ ਪਹਿਲੀ ਤਾਂ ਆਬਵੀਅਸ ਹੈ ਜੀ ਕਿ ਜੇ ਤੁਹਾਡੇ ਨਾਲ ਕੋਈ ਵੀ ਇਦਾਂ ਦਾ ਹਾਦਸਾ ਹੋਇਆ ਹੈ, ਤੁਹਾਨੂੰ ਅੱਜ ਨਹੀਂ, ਕੱਲ੍ਹ ਨਹੀਂ, ਤੁਹਾਨੂੰ ਅਗਲੇ 10 ਸਾਲ ਤੱਕ, 15 ਸਾਲ ਤੱਕ ਤੁਹਾਨੂੰ ਹਮੇਸ਼ਾ ਆਪਣੇ ਕੇਸ ਦੇ ਫੈਕਟਸ, ਡਿਟੇਲਸ ਯਾਦ ਹੋਣੀ ਚਾਹੀਦੀਆਂ। ਭਾਵੇਂ ਤੁਸੀਂ ਸਿਟੀਜ਼ਨਸ਼ਿਪ ਐਪਲੀਕੇਸ਼ਨ ਫਾਈਲ ਕਰ ਰਹੇ ਹੋ, ਭਾਵੇਂ ਤੁਹਾਡੇ ਫੈਮਿਲੀ ਮੈਂਬਰ ਕਿਤੇ ਜਾ ਕੇ ਇੰਟਰਵਿਊ ਕਰ ਰਹੇ ਨੇ, ਇਹ ਪ੍ਰੋਬਲਮ ਉਹਨਾਂ ਨੂੰ ਹੀ ਆਉਣੀ ਹੈ ਜਿਨ੍ਹਾਂ ਦੇ ਕੇਸ ਦੇ ਵਿੱਚ ਕੋਈ ਡਿਸਕ੍ਰਿਪੈਂਸੀ ਹੁੰਦੀ ਹੈ ਕਿ ਤੁਸੀਂ ਕੁਛ ਕਹਿੰਦੇ ਹੋ ਤੇ ਤੁਹਾਡੇ ਫੈਮਿਲੀ ਮੈਂਬਰ ਕੋਈ ਹੋਰ ਜਵਾਬ ਦਿੰਦੇ ਨੇ। ਜੀ, ਜੀ। ਸੋ ਬਿਲਕੁਲ ਸਟੋਰੀ, ਸੋ ਬੇਸਿਕਲੀ ਮੈਚ ਜਿਹੜੀ ਆ ਉਹ ਹੋਣੀ ਚਾਹੀਦੀ ਆ। ਜੀ। ਜੀ। ਤੇ ਕਈ ਵਾਰੀ ਆਪਾਂ ਇਹ ਦੇਖਦੇ ਐਫੀਡੇਵਿਟਸ ਲਿਖੇ ਹੁੰਦੇ ਨੇ, ਫੈਮਿਲੀ ਮੈਂਬਰਸ ਤੋਂ ਐਫੀਡੇਵਿਟ ਲਏ ਹੁੰਦੇ ਨੇ, ਮਾਤਾ-ਪਿਤਾ ਤੋਂ, ਆਪਣੇ ਸਪਾਊਸ ਤੋਂ। ਮੋਸਟਲੀ ਆਪਾਂ ਇਹ ਦੇਖਦੇ ਕਿ ਐਫੀਡੇਵਿਟਸ ਦੇ ਵਿੱਚ ਕੀ ਹੁੰਦਾ ਹੈ ਕਿ ਆਖਰੀ ਵਾਰੀ ਤੁਹਾਡੇ ਘਰ ਕਦੋਂ ਆਏ ਸੀਗੇ, ਕਿਹੜੇ ਦਿਨ ਆਏ ਸੀਗੇ, ਕਿਹੜੇ ਦਿਨ ਤਿਉਹਾਰ ਤੇ ਤੁਹਾਡੇ, ਕਿੰਨੀ ਵਾਰੀ ਤੁਹਾਡੇ ਘਰ ਆਏ ਸੀਗੇ, ਤੇ ਘਰ ਆ ਕੇ ਉਹਨਾਂ ਨੇ ਪਿੱਛੋਂ ਦੀ ਕੀ ਕੀਤਾ ਸੀਗਾ। ਤੇ ਇਸ ਗੱਲ ਉੱਤੇ ਕਾਫੀ ਮਾਤਾ-ਪਿਤਾ ਨੇ, ਸਪਾਊਸ ਨੇ, ਬੱਚਿਆਂ ਨੇ ਕਾਫੀ ਬਿਆਨ ਲਿਖੇ ਹੁੰਦੇ ਨੇ, ਤੇ ਫਿਰ ਉਹ ਕਾਉਂਸਲਰ ਜਿਹੜਾ ਆਫਿਸਰ ਹੈਗਾ ਉਹਨੂੰ ਉਹ ਚੀਜ਼ ਤੇ ਕਨਫਰੰਟ ਕਰ ਸਕਦਾ ਹੈ ਕਿ ਤੁਹਾਨੂੰ ਯਾਦ ਹੈ ਤੁਸੀਂ ਇੱਕ ਐਫੀਡੇਵਿਟ ਦਿੱਤਾ ਸੀਗਾ, ਤੁਸੀਂ ਕਿਹੜੀ ਤਰੀਕ ਨੂੰ ਲਿਖਿਆ ਸੀਗਾ। ਜੇ ਉਹਨੂੰ ਕਹਿੰਦੇ ਕਿ ਸਾਨੂੰ ਇਹ ਤਰੀਕ ਯਾਦ ਨਹੀਂ, ਪਰ ਉਹਨੇ ਕਹਿਣਾ ਕਿ ਤੁਸੀਂ 2015 ਦੇ ਵਿੱਚ ਐਫੀਡੇਵਿਟ ਦਿੱਤਾ ਸੀਗਾ ਜਿਹਦੇ ਵਿੱਚ ਤੁਸੀਂ 2011 ਬਾਰੇ ਲਿਖਿਆ ਸੀਗਾ, ਤੁਸੀਂ ਅੱਜ ਸਾਨੂੰ ਕਿਉਂ ਕਹਿ ਰਹੇ ਹੋ ਕਿ ਇਹ ਤੁਹਾਨੂੰ ਯਾਦ ਨਹੀਂ ਹੈਗਾ। ਕਹਿਣ ਦਾ ਮਤਲਬ ਹੈ ਕਿ ਜੇ ਤੁਸੀਂ ਕੋਈ ਵੀ ਇਦਾਂ ਦਾ ਐਫੀਡੇਵਿਟ, ਕੋਈ ਵੀ ਡਾਕੂਮੈਂਟਸ ਲਗਾਉਂਦੇ ਹੋ, ਤੁਹਾਨੂੰ ਉਹ ਸਾਰੇ ਚੀਜ਼ਾਂ ਯਾਦ ਹੋਣੀ ਚਾਹੀਦੀਆਂ ਕਿਉਂਕਿ ਉਹ ਤੁਹਾਡਾ ਖੁਦ ਦਾ ਐਫੀਡੇਵਿਟ ਹੈਗਾ। ਜੀ, ਬਿਲਕੁਲ। ਉਹਨਾਂ ਨੇ ਤਾਂ ਤੁਹਾਨੂੰ ਤੁਹਾਡੇ ਬੁਣੇ ਹੋਏ ਜਾਲ ਦੇ ਵਿੱਚ ਜਿਹੜਾ ਫਸਾਉਣ ਦੀ ਹੈ ਉਹ ਕੋਸ਼ਿਸ਼ ਜਿਹੜੀ ਉਹ ਕਰਨੀ ਹੁੰਦੀ ਆ। ਅਗਲੀ ਜਿਹੜੀ ਆਪਾਂ ਜਗਵੀਰ ਜੀ ਗੱਲ ਕਰਦੇ ਜਾਈਏ, ਯੂਐਸ ਡਿਸਟ੍ਰਿਕਟ ਕੋਰਟ ਜਿਹੜੇ ਨਦਰਨ ਡਿਸਟ੍ਰਿਕਟ ਦੇ ਨੇ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੇ H1B ਪ੍ਰੋਗਰਾਮ ਦੇ ਇੰਟਰਮ ਫਾਈਨਲ ਰੂਲ ਬਾਰੇ ਜਿਹੜੀ ਗੱਲਬਾਤ ਕੀਤੀ ਹੈ, ਸੋ ਉਹਦੇ ਵਿੱਚ ਕੀ ਉਹਨਾਂ ਨੇ ਆਖਿਆ ਹੈ? ਜੀ, ਕੀ ਹੋਇਆ ਸੀਗਾ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਾਂਦੇ-ਜਾਂਦੇ H1B ਵਾਲਿਆਂ ਨਾਲ ਵੀ ਕਾਫੀ ਵੱਡਾ ਪੰਗਾ ਲੈਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਵੇਜਸ ਸੀਗੀਆਂ ਪਹਿਲਾਂ ਤੁਹਾਨੂੰ ਆਲਮੋਸਟ 3 ਟਾਈਮਸ ਜ਼ਿਆਦਾ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਸ ਤੋਂ ਬਾਅਦ ਜਿਹੜੇ H1B ਦੀ ਰਿਕੁਆਇਰਮੈਂਟ ਸੀਗੀਆਂ ਕਿ ਡਿਗਰੀ ਨਾਲ ਰਿਲੇਟਡ ਹੋਣੀ ਚਾਹੀਦੀ ਹੈ ਪੋਜੀਸ਼ਨ, ਉਹਦੇ ਉੱਤੇ ਕਾਫੀ ਸਾਰੇ ਚੇਂਜਸ ਉਹਨਾਂ ਨੇ ਖੜੇ ਕੀਤੇ। ਤੇ ਜਿਹੜਾ ਇਹ ਰੂਲ ਸੀਗਾ ਇਹ ਇਹਨਾਂ ਨੇ ਪਬਲਿਸ਼ ਕੀਤਾ ਤੇ ਕਿਹਾ ਕਿ 60 ਦਿਨ ਬਾਅਦ ਇਹ ਫਾਈਨਲ ਹੋ ਜਾਊਗਾ। ਤੇ ਇਹਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਸਪੀਡ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ। ਜਿਹੜਾ ਕਮੈਂਟ ਪੀਰੀਅਡ ਵਗੈਰਾ ਸੀਗਾ, ਕਾਫੀ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਉਹਨਾਂ ਨੇ ਐਲੀਮੀਨੇਟ ਕਰਨ ਦੀਆਂ ਕੋਸ਼ਿਸ਼ ਕੀਤੀਆਂ, ਇਹ ਕਹਿ ਕੇ ਕਿ ਇਹ ਬੜਾ ਅਰਜੈਂਟ ਹੈਗਾ, ਇਹ ਯੂਐਸ ਦੀ ਇਕਨੋਮੀ ਤੇ ਫਰਕ ਪਾ ਸਕਦੀਆਂ ਇਹ ਜੌਬਸ। ਤੇ ਉਹਨਾਂ ਨੇ ਇੱਕ ਜਿਹੜਾ ਰੂਲ ਸੀਗਾ ਇਹਨੂੰ ਪਾਸ ਕਰਨ ਦੀ ਕੋਸ਼ਿਸ਼ ਕੀਤੀ। ਇਹਦਾ ਰੂਲ ਦਾ ਉਹਨਾਂ ਨੇ ਨਾਮ ਦਿੱਤਾ ਸਟਰੈਂਥਨਿੰਗ ਦੀ H1B ਨਾਨ ਇਮੀਗ੍ਰੈਂਟ ਵੀਜ਼ਾ। ਇੱਥੇ ਇੱਕ ਜ਼ਿਕਰਯੋਗ ਗੱਲ ਇਹ ਹੈ ਕਿ ਜਦੋਂ ਕੋਈ ਵੀ ਸਰਕਾਰ ਟੇਢੇ ਮੇਢੇ ਰੂਲ ਪਾਸ ਕਰਦੀ ਹੈ, ਜਿੱਦਾਂ ਹੁਣ ਇੰਡੀਆ 'ਚ ਫਾਰਮਿੰਗ ਬਿੱਲ ਹੈ, ਉਹਦਾ ਵੀ ਉਹਨਾਂ ਨੇ ਨਾਮ ਇਹ ਰੱਖਿਆ ਹੁੰਦਾ ਕਿ ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ। ਜਿਹੜਾ ਇੱਥੇ ਅਮਰੀਕਨ ਲੋਕਾਂ ਦੇ ਲਈ ਉਹਨਾਂ ਨੇ ਜਿਹੜਾ ਸਪਾਈ ਬਿੱਲ ਸੀਗਾ, NSA ਨੇ ਜਿਹੜਾ ਪਾਸ ਕੀਤਾ ਸੀਗਾ, ਉਹਦਾ ਨਾਮ ਉਹਨਾਂ ਨੇ ਪੈਟਰੀਓਟਸ ਐਕਟ ਰੱਖਿਆ ਸੀਗਾ। ਤੇ ਕੋਈ ਵੀ ਉਹਦੇ ਵਿੱਚ ਨਾ ਹੀ ਕੋਈ ਪੈਟਰੀਓਟਿਕ ਚੀਜ਼ ਹੈ, ਨਾ ਹੀ ਜਿਹੜੇ ਇੰਡੀਆ ਦੇ ਵਿੱਚ ਫਾਰਮਰਸ ਦੇ ਬਿੱਲ ਹੈ, ਨਾ ਹੀ ਕੋਈ ਉਹ ਫਾਰਮਰਸ ਨੂੰ ਇੰਪਾਵਰਮੈਂਟ ਜਾਂ ਪ੍ਰੋਟੈਕਸ਼ਨ ਕਰ ਰਹੇ ਨੇ। ਤੇ ਨਹੀਂ, ਇਹ ਵੀ ਜਿਹੜਾ ਬਿੱਲ ਸੀਗਾ ਕੋਈ ਇਹ ਸਟਰੈਂਥਨ ਨਹੀਂ ਕਰ ਰਿਹਾ ਸੀਗਾ ਪ੍ਰੋਗਰਾਮ, ਇਹ ਐਕਚੁਅਲੀ H1B ਨੂੰ ਹਰਟ ਕਰ ਰਿਹਾ ਸੀਗਾ। ਤੇ ਫਿਰ ਜਿਹੜੇ ਡਿਸਟ੍ਰਿਕਟ ਕੋਰਟ ਵਾਲੇ, ਜਿਹੜਾ ਨਾਰਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਨੇ, ਫਿਰ ਇਹ ਜਿਹੜਾ ਆਪਣਾ ਆਰਡਰ ਪਾਸ ਕੀਤਾ, ਉਹਨੇ ਕਿਹਾ ਕਿ ਇਹ ਰੂਲ ਵਿਕੇਟ ਕੀਤਾ ਜਾਊਗਾ। ਇਹ ਦਸੰਬਰ 8 ਤੋਂ ਲਾਗੂ ਹੋਣਾ ਸੀਗਾ ਤੇ ਹੁਣ ਇਹ ਰੂਲ ਨਹੀਂ ਲੱਗ ਰਿਹਾ ਤੇ ਆਪਾਂ ਵਾਪਸ ਜਿਹੜੇ ਪਹਿਲੇ ਰੂਲ ਸੀਗੇ ਉਸ ਤੇ ਵਾਪਸ ਰਿਵਰਟ ਕਰ ਰਹੇ ਹਾਂ। ਤੇ ਜਿਹੜੀਆਂ ਵੇਜਸ ਵਧਾਈਆਂ ਸੀਗੀਆਂ ਉਹ ਦੁਬਾਰਾ ਘਟ ਗਈਆਂ। ਜੀ। ਤੇ ਮੰਡੇ ਤੋਂ ਜਿਹੜੇ ਵੀ H1B ਇੰਪਲੋਇਰ ਆ ਉਹ ਆਪਣੀ ਘੱਟ ਵੇਜਸ ਨਾਲ H1B ਅਪਲਾਈ ਕਰ ਸਕਦੇ ਨੇ। ਮੁੜ ਕੇ ਜਿਹੜਾ ਪਹਿਲਾ ਜਿਹੜਾ ਇਹਨਾਂ ਨੇ ਬੈਂਚਮਾਰਕ ਰੱਖਿਆ ਸੀਗਾ। ਜੀ, ਤੇ ਇਹਦੇ ਨਾਲ ਜਿਹੜੀ USCIS ਹੈ ਉਹਨਾਂ ਨੇ ਆਪਣੀ ਵੈਬਸਾਈਟ ਤੇ ਪਬਲਿਸ਼ ਕਰਤਾ। ਉਹ ਕਹਿੰਦੇ ਕਿ ਜੱਜ ਨੇ ਹੁਣ USCIS ਦੀ ਵੀ ਟੋਨ ਚੇਂਜ ਹੋ ਗਈ। ਪਹਿਲਾਂ ਸੁਪਰੀਮ ਕੋਰਟ ਵੀ ਡਿਸੀਜਨ ਦਿੰਦਾ ਸੀਗਾ, ਇਮੀਗ੍ਰੇਸ਼ਨ ਸੁਪਰੀਮ ਕੋਰਟ ਦੀ ਵੀ ਨਿੰਦਿਆ ਕਰਦੀ ਸੀਗੀ। ਹੁਣ ਡਿਸਟ੍ਰਿਕਟ ਕੋਰਟ ਵੀ ਦਿੰਦਾ ਹੈ ਕਿ ਐਡਮਿਨਿਸਟ੍ਰੇਸ਼ਨ ਸਵਿਚ ਹੈ, ਉਹ ਕਹਿੰਦੇ ਕਿ ਆਪਾਂ ਜੱਜ ਦਾ ਡਿਸੀਜਨ ਹੈ ਉਹਨੂੰ ਪੂਰਾ ਆਨਰ ਕਰਾਂਗੇ। ਸਿਰ ਮੱਥੇ ਆ ਜੀ। ਹੁਣ ਜੀ ਬਿਲਕੁਲ ਫਰਕ ਤਾਂ ਪੈਂਦਾ ਹੈ ਵੀ ਪ੍ਰਸ਼ਾਸਨ ਜਿਹੜਾ ਹੈ ਉਹ ਪਹਿਲਾਂ ਕਿੱਦਾਂ ਉਹਨਾਂ ਨੂੰ ਸਪੋਰਟ ਕਰ ਰਿਹਾ ਜਾਂ ਕਿੱਦਾਂ ਉਹਨਾਂ ਦੇ ਕੋਲੋਂ ਜਿਹੜਾ ਕਰ ਰਿਹਾ। ਪਰ ਅਦਾਲਤਾਂ ਨੇ ਝਟਕੇ ਵੀ ਚੰਗੇ ਦਿੱਤੇ ਆ। USCIS ਦੇ ਜਿਹੜੇ ਚੀਫ ਆ ਉਹਨਾਂ ਦੇ ਉਹ ਲਾਉਣ ਨੂੰ ਲੈ ਕੇ ਹੀ ਜਿਹੜਾ ਉਹਨਾਂ ਨੇ ਕਾਫੀ ਪ੍ਰਸ਼ਨ ਜਿਹੜੇ ਚੱਕੇ ਸੀਗੇ। ਇੱਕ ਅੱਜ ਡਾਕਾ ਦੇ ਬਾਰੇ ਵੀ ਇਹਨਾਂ ਨੇ ਜਿਹੜਾ ਕੱਲ ਜਿਹੜਾ ਦੱਸਿਆ ਸੀਗਾ ਵੀ ਪ੍ਰਸ਼ਾਸਨ ਨੂੰ ਕਿਹਾ ਆ ਵੀ ਮੁੜ ਕੇ ਦੁਬਾਰਾ ਓਬਾਮਾ ਐਰਾ ਵਾਲਾ ਪੂਰੀ ਫੋਰਸ ਦੇ ਵਿੱਚ ਡਾਕਾ ਵਾਲਾ ਜਿਹੜਾ ਉਹ ਮੁੜ ਲਾਗੂ ਕੀਤਾ ਜਾਵੇ। ਜੀ, ਡਾਕਾ ਦਾ ਥੋੜਾ ਜਿਹਾ ਪ੍ਰੋਸੈਸ ਲੰਬਾ ਚੱਲੂਗਾ ਕਿਉਂਕਿ ਮੇਨ ਇਹ ਸੀਗਾ ਕਿ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਾਂਦੇ ਕਾਫੀ ਸਾਰੇ ਰੂਲਸ ਇਦਾਂ ਚੇਂਜ ਕਰਤੇ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਆਂਦੇ ਵੀ ਕਾਫੀ ਉਹਨੂੰ ਫਿਕਸ ਕਰਦੇ ਹੋਏ ਕਾਫੀ ਟਾਈਮ ਲੱਗ ਜਾਊਗਾ। ਜਿਹੜਾ ਓਬਾਮਾ ਐਰਾ ਸੀਗਾ, ਓਬਾਮਾ ਐਰਾ ਨੇ ਇੱਕ ਡਾਕਾ ਪ੍ਰੋਗਰਾਮ ਬਣਾਇਆ ਸੀਗਾ ਤੇ ਨਾਲ ਇੱਕ ਡਾਪਾ
ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲ ਤੇ ਡੈਫਰਡ ਐਕਸ਼ਨ ਫॉर ਪੇਰੈਂਟਸ ਅਰਾਈਵਲ, ਹੂੰ ਇਹ ਦੋ ਪ੍ਰੋਗਰਾਮ ਲਿਆਉਣ ਦੀ ਕੋਸ਼ਿਸ਼ ਕੀਤੀ ਸੀਗੀ। ਜਿਹੜਾ ਬੱਚਿਆਂ ਵਾਲਾ ਸੀਗਾ ਉਹ ਤਾਂ ਲਾਗੂ ਹੋ ਗਿਆ ਸੀਗਾ, ਉਹਦੀ ਤਾਂ ਬੜੀ ਸਟਰੋਂਗ ਜਸਟੀਫਿਕੇਸ਼ਨ ਸੀਗੀ ਕਿ ਛੋਟੇ ਹੁੰਦੇ ਇੱਥੇ ਆਏ ਸੀਗੇ, ਡਿਗਰੀ ਜਿਹਨਾਂ ਨੇ ਕੀਤੀ ਹੈ, ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ। ਤੇ ਫਿਰ ਡਾਪਾ ਵੀ ਉਹਨਾਂ ਨੇ ਪ੍ਰਪੋਜ਼ ਕੀਤਾ ਸੀਗਾ। ਹੁਣ ਉਹਨਾਂ ਨੂੰ ਉਮੀਦ ਹੈ ਕਿ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਥੱਲੇ ਜਿਹੜੇ ਦੋਨੋਂ ਪ੍ਰੋਗਰਾਮ ਹੈ ਇਹ ਪੂਰੇ ਆਪਣੀ ਕਨਕਲੂਜਨ ਤੱਕ ਜਾਣਗੇ ਕਿ ਜੋ ਇਹਨਾਂ ਦਾ ਪਰਪਸ ਸੀਗਾ ਕਿ ਸਿਰਫ ਇਹ ਨਹੀਂ ਸੀਗਾ ਕਿ ਵਰਕ ਪਰਮਿਟ ਹੀ ਇਹਨਾਂ ਨੂੰ ਦੇਣੇ ਆ, ਇਸ ਤੋਂ ਬਾਅਦ ਜਿਹੜਾ ਅੱਗੇ ਹੈ ਸਿਟੀਜ਼ਨਸ਼ਿਪ ਦਾ ਵੀ ਪਾਥ ਇਹਨਾਂ ਨੂੰ ਦੇਣਾ। ਜੀ ਜੀ ਅਗਲੀ ਆਪਾਂ ਜੇ ਗੱਲ ਕਰਦੇ ਜਾਈਏ ਜਿਹੜੇ ਨਰਸਿਸ ਤੇ ਫਿਜ਼ੀਕਲ ਥੈਰੇਪਿਸਟ ਆ ਉਸ ਨੂੰ ਲੈ ਕੇ USCIS ਨੇ ਆਪਣੀ ਗਾਈਡੈਂਸ ਜਿਹੜੀ ਉਹ ਅਪਡੇਟ ਕੀਤੀ ਆ। ਜੀ, ਪਹਿਲਾਂ ਤਾਂ ਇਹ ਦੱਸਿਆ ਕਿ ਇਹ ਕੀ ਚੀਜ਼ ਹੈ। ਹੂੰ ਜਿਹੜਾ ਯੂਐਸ ਦੇ ਵਿੱਚ ਗ੍ਰੀਨ ਕਾਰਡ ਤੁਹਾਨੂੰ ਮਿਲਦਾ ਇਨਵੈਸਟਮੈਂਟ ਦੇ ਥਰੂ, ਇੰਪਲੋਇਮੈਂਟ ਦੇ ਥਰੂ, ਫੈਮਿਲੀ ਦੇ ਥਰੂ, ਤੇ ਜਿਹੜਾ ਅਸਾਈਲਮ, ਰਿਫਿਊਜੀ, ਵਾਵਾ ਯੂ ਵੀਜ਼ਾ, ਇਹ ਵਾਲੀ ਕੰਪਲੈਕਸ ਇਮੀਗ੍ਰੇਸ਼ਨ ਹੋ ਗਈ ਹੈ ਨਾ। 4 ਤਰੀਕੇ ਨੇ ਗ੍ਰੀਨ ਕਾਰਡ ਲੈਣ ਦੇ, ਜੀ ਫੈਮਿਲੀ ਬੇਸਡ ਇਮੀਗ੍ਰੇਸ਼ਨ, ਇੰਪਲੋਇਮੈਂਟ ਬੇਸਡ ਇਮੀਗ੍ਰੇਸ਼ਨ, ਅਸਾਈਲਮ ਰਿਮੂਵਲ ਤੇ ਇਨਵੈਸਟਮੈਂਟ। ਤੇ ਜਿਹੜਾ ਹੁਣ ਇੰਪਲੋਇਮੈਂਟ ਬੇਸਡ ਇਮੀਗ੍ਰੇਸ਼ਨ ਹੈ ਇਹ ਬੜਾ ਕੰਪਲਿਕੇਟਡ ਤੇ ਲੰਬਾ ਪ੍ਰੋਸੈਸ ਹੈ। ਇਹਦੇ ਵਿੱਚ ਜਿਹੜਾ ਸਟੈਂਡਰਡ ਗ੍ਰੀਨ ਕਾਰਡ ਪ੍ਰੋਸੈਸ ਹੁੰਦਾ ਉਹਦੇ ਵਿੱਚ ਕੀ ਹੁੰਦਾ ਕਿ ਇੰਪਲੋਇਰ ਨੂੰ ਪਹਿਲਾਂ ਐਡਵਰਟਾਈਜ਼ਮੈਂਟ ਕਰਨੀਆਂ ਪੈਂਦੀਆਂ, ਕਾਫੀ ਸਾਰੀਆਂ 6 ਐਡਵਰਟਾਈਜ਼ਮੈਂਟਸ ਕਰਨੀਆਂ ਪੈਂਦੀਆਂ ਹੈ, ਸੰਡੇ ਨਿਊਜ਼ਪੇਪਰ ਵਗੈਰਾ ਵਿੱਚ ਐਡ ਦੇਣੀ ਪੈਂਦੀ ਹੈ, ਫਿਰ ਮਹੀਨਾ ਵੇਟ ਕਰਨਾ ਪੈਂਦਾ, ਦੇਖਣਾ ਪੈਂਦਾ ਕਿ ਕੋਈ ਯੂਐਸ ਵਰਕਰ ਐਲੀਜੀਬਲ ਤਾਂ ਨਹੀਂ ਹੈਗਾ। ਜੇ ਤੁਹਾਡਾ ਯੂਐਸ ਵਰਕਰ ਐਲੀਜੀਬਲ ਨਾ ਹੋਵੇ ਕੋਈ, ਫਿਰ ਉਸ ਤੋਂ ਬਾਅਦ ਉਹ ਇੱਕ ਲੇਬਰ ਸਰਟੀਫਿਕੇਸ਼ਨ ਫਾਈਲ ਕਰਦੇ ਸੀਗੇ ਜਿਹਨੂੰ 6 ਮਹੀਨੇ ਹੋਰ ਲੱਗ ਜਾਂਦੇ ਸੀਗੇ। ਤੇ ਜੇ ਤੁਹਾਡਾ ਉਹ ਸਾਰਾ ਹੋ ਜਾਂਦਾ ਸੀਗਾ ਉਸ ਤੋਂ ਬਾਅਦ ਜਿਹੜਾ ਇੰਪਲੋਇਰ ਸੀਗਾ ਉਹ ਇਮੀਗ੍ਰੈਂਟ ਪਟੀਸ਼ਨ ਫਾਈਲ ਕਰਦਾ ਸੀਗਾ। ਇਹ ਸਾਰਾ ਜਿਹੜਾ ਪ੍ਰੋਸੈਸ ਹੈਗਾ ਸਾਲ ਤੋਂ 1.5 ਸਾਲ ਦਾ ਹੁੰਦਾ ਹੈ। ਤੇ ਇਸ ਤੋਂ ਇਲਾਵਾ ਜਿਹੜੇ ਇੰਡੀਅਨ ਨੈਸ਼ਨਲ ਉਹਨਾਂ ਨੂੰ 10 ਤੋਂ 15 ਸਾਲ ਦੀ ਵੇਟ ਕਰਨੀ ਪੈਂਦੀ ਸੀਗੀ ਆਪਣੇ ਗ੍ਰੀਨ ਕਾਰਡ ਦੀ। ਤੇ ਇਹਨਾਂ ਨੇ ਇੱਕ ਐਕਸੈਪਸ਼ਨ ਦਿੱਤੀ ਸੀਗੀ। ਇਹਨਾਂ ਨੇ ਕਿਹਾ ਕਿ ਜਿਹੜੇ ਇੱਕ ਸਕੈਜੂਲ ਏ ਇਹਨਾਂ ਨੇ ਬਣਾਇਆ ਕਿ ਸਕੈਜੂਲ ਏ ਦੇ ਵਿੱਚ ਜਿਹੜੀਆਂ ਆਕੂਪੇਸ਼ਨ ਆਉਂਦੀਆਂ ਉਹਦੇ ਲਈ ਆਪਾਂ ਜਿਹੜੀ ਆ ਐਡਵਰਟਾਈਜ਼ਮੈਂਟ ਤੇ ਜਿਹੜੀ ਲੇਬਰ ਸਰਟੀਫਿਕੇਸ਼ਨ ਹੈ, ਜਿਹੜਾ ਮਤਲਬ ਸਾਲ ਕੁ ਦਾ ਤੁਹਾਡਾ ਪ੍ਰੋਸੈਸ ਹੈ, ਉਹ ਤੋਂ ਆਪਾਂ ਛੋਟ ਦੇ ਦਾਂਗੇ। ਉਹਦਾ ਕਾਰਨ ਇਹ ਹੈ ਕਿ ਸਾਨੂੰ ਆਲਰੇਡੀ ਪਤਾ ਹੈਗਾ ਕਿ ਇਹ ਜਿਹੜੀ ਪੋਜੀਸ਼ਨਸ ਹੈਗੀਆਂ ਇਹਦੇ ਵਿੱਚ ਆਲਰੇਡੀ ਹਿਸਟੋਰੀਕਲੀ ਸ਼ਾਰਟੇਜ ਹੈਗੀ ਹੈ। ਤੇ ਆਪਾਂ ਸਾਡੀ ਇਹ ਰਿਕੁਆਇਰਮੈਂਟ ਨਹੀਂ ਹੈਗੀ ਕਿ ਇਹਦੇ ਲਈ ਤੁਸੀਂ ਜਾ ਕੇ ਐਡਵਰਟਾਈਜ਼ ਕਰੋ ਤੇ ਫਿਰ ਵੇਟ ਕਰੋ ਤੇ ਫਿਰ ਲੇਬਰ ਸਰਟੀਫਿਕੇਸ਼ਨ ਫਾਈਲ ਕਰੋ। ਤੇ ਜਿਹੜੀਆਂ ਨਰਸਿਸ ਤੇ ਫਿਜ਼ੀਕਲ ਥੈਰੇਪਿਸਟ ਸੀਗੇ ਉਹ ਹਿਸਟੋਰੀਕਲੀ ਇਹਦੇ ਵਿੱਚ ਆਉਂਦੇ ਸੀ। ਤੁਸੀਂ ਸੁਣਿਆ ਵੀ ਹੋਣਾ ਕਿ ਨਰਸਿਸ ਦੀ ਬੜੀ ਡਿਮਾਂਡ ਸੀਗੀ ਪੁਰਾਣੇ ਟਾਈਮਾਂ ਦੇ ਵਿੱਚ, ਕਾਫੀ ਜ਼ਿਆਦਾ ਆਉਂਦੀਆਂ ਸੀਗੀਆਂ। ਬੇਸਿਕਲੀ ਪ੍ਰੋਸੈਸ ਜਿਹੜੀ ਗਾਈਡੈਂਸ ਕੀ ਹੈਗੀ ਆ ਉਹ ਕਹਿੰਦੇ ਕਿ ਇਸ ਪ੍ਰੋਸੈਸ ਦੇ ਵਿੱਚ ਤੁਹਾਨੂੰ ਲੇਬਰ ਸਰਟੀਫਿਕੇਸ਼ਨ ਤੇ ਐਡਵਰਟਾਈਜ਼ਮੈਂਟ ਕਰਨ ਦੀ ਕੋਈ ਲੋੜ ਨਹੀਂ ਹੈਗੀ। ਇੰਪਲੋਇਰ ਨੂੰ ਇੱਕ ਫੁੱਲ ਟਾਈਮ ਪੋਜੀਸ਼ਨ ਦੇਣੀ ਪਊਗੀ ਜੀ। ਇੰਪਲੋਇਰ ਇਹਦੇ ਵਿੱਚ ਓਬਵੀਅਸਲੀ ਹਸਪੀਟਲ ਹੋ ਸਕਦਾ। ਤੁਸੀਂ ਆਪਣੇ ਲੈਵਲ ਤੇ ਨਹੀਂ ਕਹਿ ਸਕਦੇ ਕਿ ਕਿਸੇ ਰਿਸ਼ਤੇਦਾਰ ਨੇ ਜੌਬ ਦਿੱਤੀ, ਮਤਲਬ ਇੱਕ ਜਿਹੜਾ ਹਸਪੀਟਲ ਹੈ ਉਹ ਤੁਹਾਨੂੰ ਪਹਿਲਾਂ ਜੌਬ ਦੇਗਾ। ਪਹਿਲੀ ਰਿਕੁਆਇਰਮੈਂਟ ਹੈ ਕਿ ਫੁੱਲ ਟਾਈਮ ਪਰਮਾਨੈਂਟ ਤੁਹਾਡੇ ਕੋਲ ਆਫਰ ਹੋਣਾ ਚਾਹੀਦਾ। ਸੈਕੰਡ ਰਿਕੁਆਇਰਮੈਂਟ ਉਹਦੀ ਇਹ ਉਹਨਾਂ ਨੇ ਕੀਤੀ ਹੈ ਕਿ ਜਿਹੜੀ ਤੁਹਾਡੀ ਜੌਬ ਹੈ ਉਹ 2 ਗਰੁੱਪਾਂ ਦੇ ਵਿੱਚੋਂ ਇੱਕ ਦੇ ਵਿੱਚ ਹੋਣੀ ਚਾਹੀਦੀ ਹੈ। ਗਰੁੱਪ 1 ਇਹ ਹੈਗਾ ਕਿ ਫਿਜ਼ੀਕਲ ਥੈਰੇਪਿਸਟ ਤੇ ਨਰਸਿਸ। ਗਰੁੱਪ 2 ਹੈਗਾ ਜਿਹੜੇ ਐਕਸੈਪਸ਼ਨਲ ਐਬਿਲਿਟੀ ਵਾਲੇ ਬੰਦੇ ਹੁੰਦੇ ਨੇ, ਸਾਇੰਸ ਦੇ ਵਿੱਚ, ਆਰਟਸ ਦੇ ਵਿੱਚ, ਜਾਂ ਕਾਲਜ ਦੇ ਟੀਚਰ ਨੇ, ਜਾਂ ਯੂਨੀਵਰਸਿਟੀ ਦੇ ਟੀਚਰ ਨੇ, ਜਾਂ ਪਰਫਾਰਮਿੰਗ ਆਰਟਸ ਦੇ ਵਿੱਚ ਉਹਨਾਂ ਨੂੰ ਐਕਸੈਪਸ਼ਨਲ ਐਬਿਲਿਟੀ ਹੈਗੀ ਹੈ। ਤੇ ਜ਼ਿਆਦਾਤਰ ਇਹਦਾ ਜਿਹੜਾ ਫਾਇਦਾ ਹੈ ਨਰਸਿਸ ਨੇ ਕਾਫੀ ਲਿੱਤਾ। ਪੁਰਾਣੇ 90s ਦੇ ਵਿੱਚ, 2000s ਦੇ ਵਿੱਚ ਕਾਫੀ ਨਰਸਿਸ ਵਗੈਰਾ ਆਉਂਦੀਆਂ ਸੀਗੀਆਂ, ਉਦੋਂ ਕਾਫੀ ਪ੍ਰੋਗਰਾਮ ਚੱਲਦੇ ਸੀਗੇ ਇੰਡੀਆ ਦੇ ਵਿੱਚੋਂ ਵੀ। ਦੂਜਾ ਇਹਨਾਂ ਦਾ ਸਟੈਪ ਹੈ ਕਿ ਕਹਿੰਦੇ ਕਿ ਪ੍ਰੀਵੇਲਿੰਗ ਵੇਜ ਪਹਿਲਾਂ ਫਾਈਲ ਕਰੋ, ਤੁਹਾਨੂੰ ਡਿਪਾਰਟਮੈਂਟ ਆਫ ਲੇਬਰ ਦੱਸੂਗਾ ਕਿ ਕੀ ਪ੍ਰੀਵੇਲਿੰਗ ਵੇਜ ਹੈ, ਕਿੰਨੀ ਸੈਲਰੀ ਦੇਣੀ ਹੈ ਤੁਸੀਂ ਨਰਸ ਨੂੰ ਜੀ। ਉਸ ਤੋਂ ਬਾਅਦ ਤੁਸੀਂ ਆਪਣੇ ਹਸਪੀਟਲ ਦੇ ਵਿੱਚ ਇੱਕ ਨੋਟਿਸ ਪੋਸਟ ਕਰਨਾ 10 ਦਿਨਾਂ ਦੇ ਲਈ। ਜਿਹੜੇ ਤੁਹਾਡੇ ਇੰਟਰਨਲ ਵਰਕਰ ਹੈਗੇ ਨੇ ਤੁਸੀਂ ਉਹਨਾਂ ਤੋਂ ਪਹਿਲਾਂ ਪੁੱਛਣਾ ਕਿ ਕਿਸੇ ਨੂੰ ਜੌਬ ਤਾਂ ਨਹੀਂ ਚਾਹੀਦੀ ਹੈ। ਜੇ ਮੰਨ ਲਓ ਤੁਹਾਨੂੰ ਕਿਸੇ ਨੇ ਨਹੀਂ ਅਪਲਾਈ ਕੀਤਾ ਤੇ ਫਿਰ ਤੁਸੀਂ ਵੇਟ ਕਰੋ 30 ਦਿਨ, ਤੇ ਉਸ ਤੋਂ ਬਾਅਦ ਤੁਸੀਂ ਅੱਗੇ ਸਿੱਧੇ ਉਹਨਾਂ ਦਾ ਜਿਹੜਾ 1 ਸਾਲ ਵਾਲਾ ਸਟੈਪ ਪ੍ਰੋਸੈਸ ਨੂੰ ਬਾਈਪਾਸ ਕਰਕੇ ਸਿੱਧੇ I-140 ਉਹਨਾਂ ਦਾ ਫਾਈਲ ਕਰ ਸਕਦੇ ਹੋ। ਤੇ ਇਹਦੇ ਨਾਲ ਨਾਲ ਉਹਨਾਂ ਨੇ ਦੱਸਿਆ ਕਿ ਜਿਹੜੇ ਨਰਸਿਸ ਨੇ ਉਹਨਾਂ ਦੀ ਰਿਕੁਆਇਰਮੈਂਟ ਇਹ ਹੈਗੀ, ਇੱਕ ਤਾਂ ਉਹਨਾਂ ਕੋਲ ਅਨਰਿਸਟ੍ਰਿਕਟਡ ਇੱਕ ਲਾਇਸੈਂਸ ਹੋਣਾ ਚਾਹੀਦਾ ਹੈ ਨਰਸਿੰਗ ਨੂੰ ਪ੍ਰੈਕਟਿਸ ਕਰਨ ਦਾ, ਜਿਹੜੀ ਸਟੇਟ 'ਚ ਉਹਨਾਂ ਨੇ ਜਾਣਾ ਹੈ। ਇਸ ਤੋਂ ਇਲਾਵਾ ਇੱਕ ਸਰਟੀਫਿਕੇਟ ਹੁੰਦਾ ਹੈ CGFNS। ਇਹ CGNFS ਕੀ ਹੈ ਕਿ ਇਹ ਕਮਿਸ਼ਨ ਔਨ ਗ੍ਰੈਜੂਏਟਸ ਆਫ ਫੋਰਨ ਨਰਸਿੰਗ ਸਕੂਲਸ। ਇਹ ਇੱਕ ਉਹਨਾਂ ਨੂੰ ਸਰਟੀਫਿਕੇਟ ਲੈਣਾ ਪੈਂਦਾ ਹੈ। ਤੇ ਇਹਦੇ ਨਾਲ ਨਾਲ ਇੱਕ ਤੀਜਾ ਸਰਟੀਫਿਕੇਟ ਉਹਨਾਂ ਨੂੰ NCLEX-RN ਦਾ ਸਰਟੀਫਿਕੇਟ ਲੈਣਾ ਪੈਂਦਾ ਹੈ, ਰਜਿਸਟਰਡ ਨਰਸ ਦਾ। ਤੇ ਜੇ ਉਹਨਾਂ ਕੋਲ ਰਜਿਸਟਰਡ ਨਰਸ ਦਾ ਸਰਟੀਫਿਕੇਟ ਹੈਗਾ ਹੈ ਤੇ CGFNS ਦਾ ਸਰਟੀਫਿਕੇਟ ਹੈਗਾ ਤੇ ਇਹਦੇ ਨਾਲ ਨਾਲ ਉਹਨਾਂ ਨੂੰ ਕੋਈ ਹਸਪਤਾਲ ਜੌਬ ਆਫਰ ਦਿੰਦਾ ਹੈ ਤੇ ਨਾਲ ਗ੍ਰੀਨ ਕਾਰਡ ਫਾਈਲ ਕਰਨ ਲਈ ਤਿਆਰ ਹੈ ਤੇ ਸਿੱਧੇ ਉਹਨਾਂ ਦਾ ਡਾਇਰੈਕਟਲੀ ਗ੍ਰੀਨ ਕਾਰਡ ਸਪਾਂਸਰ ਕਰ ਸਕਦੇ ਨੇ ਜੀ। ਇਸ ਪੂਰੇ ਚੀਜ਼ ਦੇ ਵਿੱਚ ਕਿੰਨਾ ਕੁ ਵਕਤ ਜਿਹੜਾ ਉਹ ਲੱਗ ਜਾਂਦਾ, ਜਿੱਦਾਂ ਤੁਸੀਂ ਕਿਹਾ ਸਾਲ 1.5 ਸਾਲ, ਵੱਧ ਘੱਟ, ਜਾਂ ਇੰਨਾ ਕੀ ਅਮੂਮਨ ਲੱਗਦਾ ਹੈ? ਇਹਦੇ ਵਿੱਚ ਜਿਹੜੇ ਤਾਂ ਇੰਡੀਅਨ ਨੇ ਉਹਨਾਂ ਦਾ ਤਾਂ ਵੇਟਿੰਗ ਟਾਈਮ ਹੁਣ ਬੜਾ ਜ਼ਿਆਦਾ ਵੱਧ ਗਿਆ। ਉਹਨਾਂ ਨੂੰ ਤਾਂ ਕਾਫੀ ਟਾਈਮ ਲੱਗ ਜਾਊਗਾ, 10 ਸਾਲ ਲੱਗ ਜਾਊਗੇ ਘੱਟੋ ਘੱਟ। ਜਿਹੜੇ ਨਾਨ ਇੰਡੀਅਨ ਹੈ ਜਿਨ੍ਹਾਂ ਨੇ ਅੱਛਾ, ਇਹਦੇ ਵਿੱਚ ਇੱਕ ਬੜੀ ਇੰਟਰਸਟਿੰਗ ਗੱਲ ਇਹ ਹੈ ਕਿ ਤੁਸੀਂ ਜਦੋਂ ਤੁਸੀਂ ਆਪਣਾ ਗ੍ਰੀਨ ਕਾਰਡ ਫਾਈਲ ਕਰਦੇ ਹੋ ਤੁਹਾਡੇ ਕੋਲ 2 ਤਰੀਕੇ ਹੁੰਦੇ ਨੇ। ਇੱਕ ਤੁਸੀਂ ਆਪਣੀ ਕੰਟਰੀ ਦੇ ਬੇਸ ਤੇ ਫਾਈਲ ਕਰ ਸਕਦੇ ਹੋ, ਇੱਕ ਤੁਸੀਂ ਜਿਹਨਾਂ ਤੁਸੀਂ ਵਿਆਹ ਕਰਾਏ ਉਹਦੇ ਸਪਾਊਸ ਦੀ ਕੰਟਰੀ ਦੇ ਬੇਸ ਤੇ ਵੀ ਕਰ ਸਕਦੇ ਹੋ। ਫੋਰ ਐਗਜ਼ਾਮਪਲ ਜੇ ਕੋਈ ਬੰਦਾ ਇੰਡੀਆ ਤੋਂ ਉਹਨੂੰ 15 ਸਾਲ ਦੀ ਵੇਟ ਹੈ
ਪਰ ਜੇ ਉਹਨੇ ਕਿਸੇ ਮੈਕਸੀਕਨ ਨਾਲ ਵਿਆਹ ਕਰਾਇਆ ਹੋਇਆ, ਕਿਸੇ ਹੋਰ ਨੇਪਾਲ, ਪਾਕਿਸਤਾਨ, ਕੋਈ ਹੋਰ ਛੋਟੀ ਕੰਟਰੀ ਨਾਲ ਵਿਆਹ ਕਰਾਇਆ ਜਿੱਥੋਂ ਇੰਨੇ ਜ਼ਿਆਦਾ ਲੋਕ ਨਹੀਂ ਆਉਣਾ ਚਾਹੁੰਦੇ ਨੇ ਇੰਪਲੋਇਮੈਂਟ ਬੇਸ ਤੇ, ਤੁਸੀਂ ਉਹਨਾਂ ਦੀ ਕੰਟਰੀ ਯੂਜ਼ ਕਰ ਸਕਦੇ ਹੋ। ਤੇ ਮੈਕਸੀਕੋ ਦੀ ਫੋਰ ਐਗਜ਼ਾਮਪਲ ਜਿਹੜੀ ਇੰਪਲੋਇਮੈਂਟ ਵਾਲੀ ਆ ਉਹ ਹਮੇਸ਼ਾ ਕਰੰਟ ਹੀ ਰਹਿੰਦੀ ਹੈ। ਤੇ ਫਿਰ ਜਿੱਦਾਂ ਫੋਰ ਐਗਜ਼ਾਮਪਲ ਕੋਈ ਨਰਸ ਹੈ, ਉਹਨੇ ਕਿਸੇ ਨਾਲ ਵਿਆਹ ਕਰਾਇਆ ਤੇ ਉਹਦੀ ਕੰਟਰੀ ਦੀ ਜੇ ਯੂਜ਼ ਕਰਨ ਤੇ ਸਾਲ 2 ਸਾਲ ਦੇ ਵਿੱਚ ਉਹਨਾਂ ਦਾ ਗ੍ਰੀਨ ਕਾਰਡ ਬਣ ਸਕਦਾ ਦੋਨੋਂ ਜਾਣਿਆਂ ਦਾ। ਜੀ। ਤੇ ਇਹਦੇ ਵਿੱਚ ਇਹ ਵੀ ਆ ਵੀ ਵਿਆਹ ਨੂੰ ਵੀ ਕਿੰਨੇ ਸਾਲ ਹੋਏ ਹੋਣੇ ਚਾਹੀਦੇ ਆ, ਜਾਂ ਵਿਆਹ ਤੋਂ ਬਾਅਦ ਤੁਰੰਤ ਹੀ ਜਿਹੜਾ ਇਹ ਕੀਤਾ ਜਾ ਸਕਦਾ ਹੈ? ਨਹੀਂ, ਕਿਉਂਕਿ ਇਹ ਮੈਰਿਜ ਬੇਸ ਗ੍ਰੀਨ ਕਾਰਡ ਨਹੀਂ ਹੈਗਾ। ਇਹ ਜਿਹੜਾ ਗ੍ਰੀਨ ਕਾਰਡ ਹੈ ਉਹ ਇੰਪਲੋਇਮੈਂਟ ਬੇਸ ਤੇ ਹੀ ਹੈ। ਬਸ ਇਹਦੇ ਵਿੱਚ ਤੁਸੀਂ ਆਪਣੀ ਜਿਹੜੀ ਕ੍ਰਾਸ ਚਾਰਜੇਬਿਲਟੀ ਕਹਿੰਦੇ ਨੇ ਇਸ ਰੂਲ ਨੂੰ। ਕ੍ਰਾਸ ਚਾਰਜੇਬਿਲਟੀ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਆਪਣੇ ਸਪਾਊਸ ਦੀ ਜਿਹੜੀ ਕੰਟਰੀ ਆਫ origin ਹੈ ਉਹਨੂੰ ਯੂਜ਼ ਕਰ ਸਕਦੇ ਹੋ ਚਾਰਜੇਬਿਲਟੀ ਏਰੀਆ ਨੂੰ। ਠੀਕ ਹੈ ਜੀ। ਤੇ ਕਾਫੀ ਸਾਰੇ ਨਾ ਜਿੱਦਾਂ ਹੁਣ ਇੰਡੀਅਨ ਲੋਕੀ ਵੀ ਜਿੱਦਾਂ ਆਏ ਸੀਗੇ, ਉਹਨਾਂ ਨੂੰ ਪਤਾ 15-20 ਸਾਲ ਵੇਟ ਕਰਨੀ ਪੈਣੀ ਹੈ, ਤੇ ਉਹ ਕਿਸੇ ਹੋਰ ਨੈਸ਼ਨੈਲਿਟੀ ਨਾਲ ਉਹਨਾਂ ਨੇ ਕਿਸੇ ਹੋਰ ਕੰਟਰੀ ਦੀ ਕੁੜੀ ਨਾਲ ਵਿਆਹ ਕਰਾ ਲਿਆ ਤੇ ਦੋਨਾਂ ਨੂੰ ਫਾਇਦਾ ਹੋ ਜਾਂਦਾ ਸੀਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਫੇਸਬੁੱਕ ਨੂੰ ਸੂ ਕੀਤਾ ਆ ਇਮੀਗ੍ਰੇਸ਼ਨ ਪ੍ਰੈਕਟਿਸਿਸ ਨੂੰ ਲੈ ਕੇ। ਜੀ ਬਿਲਕੁਲ, ਇਹਨਾਂ ਨੇ ਜਾਂਦੇ ਜਾਂਦੇ ਐਗਜ਼ਾਮਪਲ ਸੈੱਟ ਕਰਨੀ ਸੀਗੀ। ਤੁਹਾਨੂੰ ਪਤਾ ਹੀ ਹੈ ਫੇਸਬੁੱਕ ਕਾਫੀ ਚਰਚਾ 'ਚ ਆਇਆ ਸੀਗਾ ਪਹਿਲਾਂ ਪਹਿਲੀ ਇਲੈਕਸ਼ਨ ਦੇ ਵਿੱਚ, ਜੀ ਕਿ ਇਲੈਕਸ਼ਨ ਦਾ ਕਾਫੀ ਤੇ ਐਤਕੀ ਕਾਫੀ ਉਹਨਾਂ ਨੇ ਸਟ੍ਰਿਕਟ, ਉਹਨਾਂ ਨੇ ਬਿਲਕੁਲ ਵੀ ਕੋਈ ਜਿਹੜੀ ਪੋਲੀਟੀਕਲ ਕੈਂਪੇਨਸ ਵਗੈਰਾ ਹੁੰਦੇ ਨੇ, ਟਰੰਪ ਐਡਮਿਨਿਸਟ੍ਰੇਸ਼ਨ ਆਬਵੀਅਸਲੀ ਖੁਸ਼ ਨਹੀਂ ਸੀਗੀ ਫੇਸਬੁੱਕ ਤੋਂ। ਤੇ ਕੀ ਕੀਤਾ ਉਹਨਾਂ ਨੇ ਕਿ ਹੁਣ ਜਿਹੜੀਆਂ ਕੰਪਨੀਆਂ ਉਹ ਸਾਰੀਆਂ ਫਾਈਲ ਤਾਂ ਇੱਕੋ ਤਰੀਕੇ ਨਾਲ ਕਰਦੀਆਂ, ਸਾਰਿਆਂ ਦੇ ਸੇਮ ਹੀ ਪ੍ਰੋਸੈਸ ਹੈ ਜਿਹੜਾ ਮੈਂ ਹੁਣ ਐਕਸਪਲੇਨ ਕਰਕੇ ਹਟਿਆ ਕਿ ਪਹਿਲਾਂ ਤੁਸੀਂ ਐਡਸ ਦੇਣੀ ਹੈ, ਫਿਰ ਤੁਹਾਡੇ ਕੋਲ ਮਹੀਨੇ ਦਾ ਟਾਈਮ ਹੁੰਦਾ ਹੈ ਕਿ ਦੇਖੋ ਕਿੰਨੇ ਕਿੰਨੇ ਅਪਲਾਈ ਕੀਤਾ ਹੈ। ਤੇ ਇਹਨਾਂ ਨੇ ਤੇ ਸਾਰੀਆਂ ਕੰਪਨੀਆਂ ਗੂਗਲ, ਫੇਸਬੁੱਕ, ਮਾਈਕਰੋਸਾਫਟ ਸਾਰੇ ਇਸੇ ਤਰੀਕੇ ਨਾਲ ਕਰਦੇ ਨੇ, ਕਿਉਂਕਿ ਫੋਰਨ ਵਰਕਰ ਇਹਨਾਂ ਨੂੰ ਹਾਇਰ ਕਰਨੇ ਹੀ ਪੈਂਦੇ ਨੇ। ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੰਪਲੇਂਟ ਕੀਤੀ ਹੈ ਸਪੈਸੀਫਿਕਲੀ ਫੇਸਬੁੱਕ ਦੇ ਖਿਲਾਫ। ਇਹਨਾਂ ਦੇ ਜਸਟਿਸ ਡਿਪਾਰਟਮੈਂਟ ਦੀ ਸਿਵਲ ਲਾਈਨ ਡਿਵੀਜ਼ਨ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਜਿਹੜੀ 2600 ਇਹਨਾਂ ਨੇ ਗ੍ਰੀਨ ਕਾਰਡ ਫਾਈਲ ਕੀਤੇ ਸੀਗੇ 2018 ਤੇ 2019 ਦੇ ਵਿੱਚ, ਉਹਨਾਂ ਨੇ ਜਿਹੜੀ ਰਿਕਰੂਟਮੈਂਟ ਹੈਗੀ ਅਮਰੀਕਨ ਵਰਕਰਸ ਦੀ ਉਹ ਸਹੀ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਨੇ ਮਤਲਬ ਕੋਈ ਨਾ ਕੋਈ ਨੁਕਸ ਲੱਭਿਆ ਉਹਨਾਂ ਦੇ ਵਿੱਚ ਕਿ ਐਡਵਰਟਾਈਜ਼ਿੰਗ ਇਹਨਾਂ ਦੀ ਪ੍ਰੋਪਰ ਨਹੀਂ ਸੀਗੀ। ਤੇ ਹੁਣ ਦੇਖਦੇ ਹਾਂ ਤਾਂ ਅੱਗੇ ਕੀ ਬਣਦਾ। ਆਪਣੇ ਵੱਲੋਂ ਤਾਂ ਉਹਨਾਂ ਨੇ ਐਗਜ਼ਾਮਪਲ ਸੈੱਟ ਕਰਨ ਲਈ ਕੀਤਾ ਸੀਗਾ, ਪਰ ਇਹ ਹੈ ਕਿ ਹੁਣ ਜੇ ਅਗਲੀ ਸਰਕਾਰ ਆ ਜਾਂਦੀ ਹੈ ਤੇ ਆਬਵੀਅਸਲੀ ਉਹ ਇਹਨੂੰ ਇੰਨਾ ਜ਼ਿਆਦਾ ਪੁਸ਼ ਨਹੀਂ ਕਰੂਗੀ। ਜੀ। ਬੀਤੇ ਦਿਨਾਂ ਦੇ ਵਿੱਚ ਇਨਫੈਕਟ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਨਵਾਂ ਸਿਟੀਜ਼ਨਸ਼ਿਪ ਟੈਸਟ ਜਿਹੜਾ ਆ ਉਹ ਕਰ ਦਿੱਤਾ ਗਿਆ। ਕਈ ਸਾਲਾਂ ਬਾਅਦ ਜਿਹੜਾ ਇਸ ਦੇ ਵਿੱਚ ਤਬਦੀਲੀ ਕੀਤੀ ਗਈ ਆ। ਸਵਾਲ ਵੀ ਜਿਹੜੇ 100 ਤੋਂ ਵਧਾ ਕੇ 128 ਕੀਤੇ ਗਏ ਆ। ਤੇ ਰਾਈਟ ਨਾਓ ਐਨਾਲਿਸਿਸ ਇਹ ਆ ਰਿਹਾ ਵੀ ਕੰਜ਼ਰਵੇਟਿਵ ਬਾਇਸ ਇਸ ਦੇ ਵਿੱਚ ਨਜ਼ਰ ਆ ਰਿਹਾ। ਜੀ, ਪਹਿਲਾਂ ਤਾਂ ਤੁਹਾਨੂੰ ਪਤਾ ਇਹਨਾਂ ਨੇ 2008 ਦੇ ਵਿੱਚ ਰਿਵਾਈਜ਼ ਕੀਤਾ ਸੀਗਾ ਆਪਣਾ। 100 ਸਵਾਲ ਹੁੰਦੇ ਸੀਗੇ, ਸੈੱਟ ਸਵਾਲ ਹੁੰਦੇ ਸੀਗੇ। 100 ਦੇ ਵਿੱਚੋਂ ਦੀ ਤੁਸੀਂ 10 ਸਵਾਲ ਤੁਹਾਡੇ ਕੋਲ ਉਹਨਾਂ ਨੇ ਪੁੱਛਣੇ ਸੀਗੇ ਤੇ 6 ਜਵਾਬ ਜੇ ਤੁਸੀਂ ਸਹੀ ਦੇ ਦਿੰਦੇ ਤੁਹਾਨੂੰ ਸਿਵਿਕ ਟੈਸਟ ਤੁਹਾਡਾ ਪਾਸ ਕਰ ਦਿੰਦੇ ਸੀਗੇ ਜੀ। ਇੱਕ ਤਾਂ ਉਹਨਾਂ ਨੇ ਜਿਹੜੇ 100 ਆ ਉਹ ਚੇਂਜ ਕਰਕੇ 128 ਕਰਤੇ। ਤੇ ਫਿਰ ਸਾਰਿਆਂ ਨੂੰ ਇਹ ਹੈ ਕਿ ਕੋਈ ਵੀ ਪੁਰਾਣਾ ਜਿਹੜਾ ਮਟੀਰੀਅਲ ਉਹ ਨਾ ਪੜ੍ਹੇ। ਦਸੰਬਰ 1 ਤੋਂ ਸਾਰੇ ਜਿਹੜੇ ਟੈਸਟ ਆ ਉਹ ਚੇਂਜ ਹੋ ਗਏ ਆ ਤੇ ਕਈਆਂ ਦੇ ਆਨਸਰ ਵੀ ਚੇਂਜ ਹੋ ਗਏ ਆ। ਤੇ ਜਿਹੜੇ ਹੁਣ 10 ਦੀ ਜਗ੍ਹਾ ਉਹਨਾਂ ਨੇ ਤੁਹਾਨੂੰ ਕਿਹਾ ਕਿ ਤੁਸੀਂ 20 ਕੁਐਸਚਨ ਤੁਹਾਡੇ ਕੋਲ ਪੁੱਛਣੇ ਆ ਤੇ 20 ਕੁਐਸਚਨਾਂ 'ਚ ਤੁਹਾਨੂੰ 12 ਕੁਐਸਚਨ ਦਾ ਆਨਸਰ ਮਤਲਬ ਡਬਲ ਕਰਤਾ। 6 ਦੇ ਤੁਹਾਨੂੰ 12 ਸਹੀ ਜਵਾਬ ਦੇਣੇ ਪੈਣੇ ਹੁਣ ਇਹਦੇ ਵਿੱਚ ਕਾਫੀ ਸਾਰੇ ਉਹਨਾਂ ਨੇ ਮਤਲਬ ਡਿਫਿਕਲਟ ਕੁਐਸਚਨ ਕਹਿ ਲਓ ਪਾ ਲਏ, ਜਿਹਦੇ ਵਿੱਚ ਕਿ ਬਾਇਓਗ੍ਰਾਫਿਕਲ ਇਨਫੋਰਮੇਸ਼ਨ ਆਪਣੇ ਪ੍ਰੈਜ਼ੀਡੈਂਟਸ ਬਾਰੇ ਕਾਫੀ ਇਦਾਂ ਦੀ ਅਨਨੈਸੈਸਰੀ ਇਨਫੋਰਮੇਸ਼ਨ ਉਹਨਾਂ ਨੇ ਪੁੱਛੀ ਹੈ। ਮੇਨ ਉਹਨਾਂ ਨੇ ਜਿਹੜਾ ਡਿਬੇਟ ਦਾ ਟੌਪਿਕ ਇਹ ਇਸ ਲਈ ਹੈ ਕਿ ਆਪਾਂ ਜਦੋਂ ਦੱਸਿਆ ਸੀਗਾ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਸੁਪਰੀਮ ਕੋਰਟ ਦੇ ਮੂਹਰੇ ਹੁਣ ਕੇਸ ਲੱਗਣਾ ਹੈ ਕਿ ਜਿਹੜੀ ਆਪਾਂ ਦੱਸਿਆ ਸੀਗਾ ਕਿ ਸੈਂਸਸ ਦੇ ਹਿਸਾਬ ਨਾਲ ਇਲੀਗਲ ਬੰਦਿਆਂ ਨੂੰ ਵੋਟਿੰਗ ਦੇ ਵਿੱਚ ਕਾਊਂਟ ਕਰਨਾ ਕਿ ਨਹੀਂ ਕਰਨਾ। ਆਪਾਂ ਰੇਡੀਓ ਤੇ ਵੀ ਕਈ ਵਾਰੀ ਡਿਸਕਸ ਕੀਤਾ ਇਹ ਕਿ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੀ ਹੈ ਕਿ ਉਹਨਾਂ ਨੂੰ ਨਹੀਂ ਕਾਊਂਟ ਕਰਨਾ ਚਾਹੀਦਾ। ਤੇ ਜਿਹੜਾ ਇਹਦੇ ਵਿੱਚ ਹੁਣ ਕੀ ਹੈ ਕਿ ਇੱਕ 14th ਅਮੈਂਡਮੈਂਟ ਹੈਗੀ ਹੈ ਯੂਐਸ ਕਨਸਟੀਟਿਊਸ਼ਨ ਦੀ। ਉਹ ਜਿਹੜੀ 14th ਅਮੈਂਡਮੈਂਟ ਹੈ ਉਹ ਕੀ ਪ੍ਰੋਵਾਈਡ ਕਰਦੀ ਹੈ ਕਿ ਜਿਹੜੇ ਵੀ ਸਟੇਟ ਦੇ ਵਿੱਚ ਬੰਦੇ ਰਹਿੰਦੇ ਨੇ ਇੱਕ ਬੰਦੇ ਨੂੰ ਇੱਕ ਹੀ ਗਿਣਿਆ ਜਾਊਗਾ। ਉਹਨੇ ਕੋਈ ਇਹ ਨਹੀਂ ਦੱਸਿਆ ਕਿ ਸਿਟੀਜ਼ਨ ਨੂੰ ਗਿਣਨਾ ਜਾਂ ਇਲੀਗਲ ਬੰਦੇ ਨੂੰ ਗਿਣਨਾ, ਕਿਉਂਕਿ ਇਹ ਅਮੈਂਡਮੈਂਟ ਬੜੀ ਪੁਰਾਣੀ ਹੈ ਤੇ ਉਹਦੇ ਅਕੋਰਡਿੰਗ ਉਦੋਂ ਜਿਹੜੇ ਇਲੀਗਲ ਬੰਦੇ ਵੀ ਸੀਗੇ ਉਹ ਵੀ ਸਾਰੇ ਗਿਣੇ ਜਾਣਗੇ। ਹੁਣ ਜਦ ਤੱਕ ਸੁਪਰੀਮ ਕੋਰਟ ਦਾ ਡਿਸੀਜਨ ਨਹੀਂ ਆਉਂਦਾ ਤਦ ਤੱਕ ਤੇ ਸਾਰੇ ਗਿਣੇ ਜਾਣੇ ਸੀਗੇ। ਤੇ ਜਿਹੜੇ ਪੁਰਾਣਾ ਸਿਟੀਜ਼ਨਸ਼ਿਪ ਟੈਸਟ ਸੀਗਾ ਉਹਦਾ ਆਨਸਰ ਇਹ ਸੀਗਾ ਕਿ ਜਿਹੜਾ ਯੂਐਸ ਸੈਨੇਟਰ ਹੈ ਜਾਂ ਹਾਊਸ ਆਫ ਰਿਪਰੈਜ਼ੈਂਟੇਟਿਵ ਉਹਨੂੰ ਕਿਹਨੂੰ ਰਿਪਰੈਜ਼ੈਂਟ ਕਰਦੇ ਨੇ। ਤੇ ਉਹਦਾ ਜਵਾਬ ਇਹ ਸੀਗਾ ਸਿਟੀਜ਼ਨਸ਼ਿਪ ਟੈਸਟ ਦੇ ਅਕੋਰਡਿੰਗ ਕਿ ਸਾਰੇ ਲੋਕਾਂ ਨੂੰ। ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਹਨੂੰ ਈਵਨ ਅਜੇ ਸੁਪਰੀਮ ਕੋਰਟ ਦਾ ਡਿਸੀਜਨ ਨਹੀਂ ਆਇਆ, ਉਹਨਾਂ ਨੇ ਆਪਣੇ ਜਵਾਬਾਂ ਦੇ ਵਿੱਚ ਉਹ ਚੇਂਜ ਕਰਤਾ ਕਿ ਜੇ ਹੁਣ ਤੁਹਾਡੇ ਕੋਲ ਸਵਾਲ ਪੁੱਛਿਆ ਜਾਵੇ ਸਿਟੀਜ਼ਨਸ਼ਿਪ ਟੈਸਟ ਦੇ ਵਿੱਚ ਕਿ ਸੈਨੇਟਰ ਤੇ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵ ਕਿਹਨੂੰ ਰਿਪਰੈਜ਼ੈਂਟ ਕਰਦੇ ਆ, ਤੁਹਾਡਾ ਜਵਾਬ ਹੋਣਾ ਚਾਹੀਦਾ ਕਿ ਸਿਰਫ ਯੂਐਸ ਸਿਟੀਜ਼ਨ ਨੂੰ। ਪਰ ਇਹ ਗੱਲ ਗਲਤ ਹੈਗੀ ਹੈ, ਜਵਾਬ ਸਹੀ ਨਹੀਂ ਹੈਗਾ ਵੈਸੇ ਟੈਕਨੀਕਲੀ ਦੇਖਿਆ ਜਾਵੇ। ਪਰ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ ਜਾਂਦੇ ਜਾਂਦੇ ਉਹ ਇਦਾਂ ਦੇ ਜਿਹੜੇ ਫਾਲਤੂ ਦੇ ਰੂਲ ਬੜੇ ਚੇਂਜ ਕਰ ਰਹੀ ਹੈ ਕਿ ਜਿਹਦੀ ਕੋਈ ਸੈਂਸ ਨਹੀਂ ਬਣਦੀ ਤੇ ਜਿਹੜੇ ਸਹੀ ਜਵਾਬ ਨਹੀਂ ਹੈਗੇ। ਕਿ ਕੱਲ ਨੂੰ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ
ਫਿਰ ਤੁਸੀਂ ਚੇਂਜ ਕਰੋ। ਪਹਿਲਾਂ ਤੁਹਾਡਾ ਇਹ ਚੇਂਜ ਕਰਨ ਦਾ ਕੋਈ ਮਕਸਦ ਨਹੀਂ ਬਣਦਾ ਆਪਣੇ ਪੋਲੀਟੀਕਲ ਆਬਜੈਕਟਿਵਸ ਦੇ ਲਈ। ਜੀ। ਬਿਲਕੁਲ ਇਹਨਾਂ ਨੇ ਇਸ ਸਾਲ ਦੇ ਆਈ ਥਿੰਕ ਸ਼ੁਰੂ ਦੇ ਵਿੱਚ ਕਿਹਾ ਸੀ ਸਿਵਿਕ ਟੈਸਟ ਅਸੀਂ ਔਖਾ ਕਰਨਾ ਹੈ, ਤੇ ਉਹ ਉਹਨਾਂ ਨੇ ਹੁਣ ਕਰਕੇ ਜਿਹੜਾ ਜਾਂਦੇ ਦਿਖਾਈ ਦਿੱਤਾ ਹੈ। ਜੀ, ਅਗਲੀ ਔਖਾ ਤੇ ਚਲੋ ਕਰੋ, ਪਰ ਗਲਤ ਜਵਾਬ ਤਾਂ ਨਹੀਂ ਵਿੱਚ ਲਿਖਣੇ ਚਾਹੀਦੇ ਹੁਣ। ਜੀ ਮੈਂ ਬਿਲਕੁਲ। ਕਿਹਾ ਵੇਟ ਕਰਨੀ ਚਾਹੀਦੀ ਸੀ, ਜੇ ਸੁਪਰੀਮ ਕੋਰਟ ਤੇ ਪਤਾ ਹੀ ਆ ਕੇਸ ਲੱਗਾ, ਤੇ ਫਿਰ ਜਿਹੜੀ ਜਿੱਦਾਂ ਐਸਟੈਬਲਿਸ਼ ਪ੍ਰੈਸੀਡੈਂਟ ਹੈਗੇ ਕਿ ਸੁਪਰੀਮ ਕੋਰਟ ਤੋਂ ਵੱਡਾ ਤੇ ਕੋਈ ਨਹੀਂ, ਫਿਰ ਉਹਨਾਂ ਦੇ ਵੇਟ ਕਰਨੀ ਚਾਹੀਦੀ ਹੈ ਤੁਹਾਨੂੰ ਵੀ ਕੀ ਜਵਾਬ ਦਿੰਦੇ ਨੇ। ਜੀ, ਜੀ। ਅਗਲੀ ਜਿਹੜੀ ਮੈਨੂੰ ਲੱਗਦਾ ਕਾਫੀ ਅਹਿਮ ਆਪਣੇ ਲੋਕਾਂ ਦੇ ਨਾਲ ਜਿਹੜੀ ਜੁੜੀ ਹੋਈ ਗੱਲ ਹੋ ਸਕਦੀ ਆ, ਜੇ ਅਟਰਨੀ ਤੁਹਾਡਾ ਕੇਸ ਮੈਸ ਅਪ ਕਰ ਦਿੰਦਾ ਆ, ਤਾਂ ਉਸ ਮਾਮਲੇ ਦੇ ਵਿੱਚ ਇੱਕ ਅਦਾਲਤ ਨੇ ਫੈਸਲਾ ਜਿਹੜਾ ਉਹ ਸੁਣਾਇਆ ਹੈਗਾ ਆ। ਉਹ ਕੇਸ ਕੀ ਸੀਗਾ, ਕਿ ਕਿੱਦਾਂ ਜਿਹੜਾ ਉਹ ਅਟਰਨੀ ਦੁਆਰਾ ਮੈਸ ਅਪ ਹੋਇਆ ਤੇ ਫੈਸਲਾ ਕੀ ਆਇਆ ਆ? ਜੀ, ਇੱਕ ਕੇਸ ਹੈਗਾ ਇਹਨਾਂ ਦਾ ਮੈਟਰ ਆਫ ਲੋਜ਼ਾਡਾ, ਕਾਫੀ ਪੁਰਾਣਾ ਕੇਸ ਹੈ 1988 ਦਾ। ਮੈਟਰ ਆਫ ਲੋਜ਼ਾਡਾ ਕੀ ਕਹਿੰਦਾ ਹੈਗਾ ਕਿ ਜੇ ਤੁਹਾਡੇ ਅਟਰਨੀ ਦੀ ਵਜ੍ਹਾ ਨਾਲ ਕੋਈ ਗਲਤੀ ਹੋਈ ਹੈ, ਅਟਰਨੀ ਨੇ ਤੁਹਾਡਾ ਕੇਸ ਮੈਸ ਅਪ ਕੀਤਾ, ਤੇ ਤੁਸੀਂ ਇਨਫੈਕਟਿਵ ਅਸਿਸਟੈਂਸ ਆਫ ਕਾਉਂਸਲ ਦੇ ਤਹਿਤ ਦੁਬਾਰਾ ਆਪਣਾ ਕੇਸ ਰੀਓਪਨ ਕਰਾ ਸਕਦੇ ਹੋ। ਕੋਈ ਵੀ ਕਿਸੇ ਵੀ ਕਿਸਮ ਦਾ ਇਮੀਗ੍ਰੇਸ਼ਨ ਕੇਸ ਹੈ, ਕੁਝ ਵੀ ਹੈ, ਲੇਟ ਹੋ ਗਿਆ, ਫਾਈਲਿੰਗ ਡੈਡਲਾਈਨ ਮਿਸ ਹੋ ਗਈ, ਤੁਸੀਂ ਅਟਰਨੀ ਦੀ ਗਲਤੀ ਨਾਲ ਕਰਾ ਸਕਦੇ ਹੋ। ਮੈਟਰ ਆਫ ਲੋਜ਼ਾਡਾ ਨੇ ਉਹਦੀ ਰਿਕੁਆਇਰਮੈਂਟ ਸੀ ਕਿ ਤੁਹਾਨੂੰ ਅਟਰਨੀ ਦੇ ਖਿਲਾਫ ਕੰਪਲੇਂਟ ਕਰਨੀ ਪੈਣੀ ਹੈ, ਐਕਸਪਲੇਨ ਕਰਨਾ ਪੈਣਾ ਹੈ ਕਿ ਕੀ ਅਟਰਨੀ ਨੇ ਮੈਸ ਅਪ ਕੀਤਾ। ਦੂਜੀ ਚੀਜ਼ ਤੁਹਾਨੂੰ ਇਹ ਦੱਸਣੀ ਪੈਣੀ ਹੈ ਕਿ ਵਾਕਈ ਹੀ ਉਹਦੀ ਅਟਰਨੀ ਦੀ ਗਲਤੀ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ, ਪ੍ਰੈਜੂਡਾਈਜ਼ ਹੋਇਆ, ਬਹੁਤ ਜ਼ਿਆਦਾ ਨੁਕਸਾਨ ਹੋਇਆ। ਮੈਟਰ ਆਫ ਲੋਜ਼ਾਡਾ ਨੇ ਇਹ ਕਲੀਅਰ ਕੀਤਾ ਸੀਗਾ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰਾ ਅਟਰਨੀ ਮਾੜਾ ਸੀਗਾ, ਮੈਨੂੰ ਇਹ ਤੋਂ ਵਧੀਆ ਅਟਰਨੀ ਮਿਲ ਸਕਦਾ ਸੀਗਾ। ਉਹ ਇਹ ਚੀਜ਼ ਦੀ ਕੰਪਲੇਂਟ ਨਹੀਂ ਹੈਗੀ, ਉਹਦਾ ਮਤਲਬ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਅਟਰਨੀ ਨੇ ਬਿਲਕੁਲ ਮੈਸ ਅਪ ਕੀਤਾ, ਤੁਹਾਡੀ ਕੋਈ ਡੈਡਲਾਈਨ ਮਿਸ ਕਰਤੀ, ਕੋਈ ਬਹੁਤ ਜ਼ਿਆਦਾ ਇੰਪੋਰਟੈਂਟ ਇੱਦਾਂ ਦੀ ਕੋਈ ਚੀਜ਼ ਕੀਤੀ ਜਿਹਦੇ ਕਰਕੇ ਕਿ ਕੇਸ ਡਿਨਾਈ ਹੋਇਆ। ਇਸ ਕਰਕੇ ਨਹੀਂ ਕਿ ਤੁਸੀਂ ਕਹਿੰਦੇ ਕਿ ਮੈਨੂੰ ਹੋਰ ਚੰਗਾ ਅਟਰਨੀ ਲੱਭ ਸਕਦਾ ਸੀਗਾ, ਉਹ ਚੰਗਾ ਕੰਮ ਕਰਕੇ ਦੇ ਸਕਦਾ ਸੀਗਾ। ਉਹ ਤਾਂ ਤੁਹਾਡੀ ਮਰਜ਼ੀ ਹੈ, ਤੁਸੀਂ ਇੱਕ ਵਾਰੀ ਜਿਹੜਾ ਅਟਰਨੀ ਪਿਕ ਕਰ ਲਿਆ ਤਾਂ ਤੁਹਾਨੂੰ ਜੋ ਵੀ ਉਹ ਤੁਹਾਡੀ ਜਿੱਦਾਂ ਵੀ ਉਹ ਆਪਣੀ ਲਿਟੀਗੇਸ਼ਨ ਕਰਦਾ ਤੁਹਾਨੂੰ ਉਹਦੇ ਨਾਲ ਹੀ ਜਾਣਾ ਪਏਗਾ, ਉਹਨੂੰ ਨਹੀਂ ਉਹ ਖੋਲੇਗੀ। ਹੁਣ ਇਹ ਜਿਹੜੀ ਮੈਟਰ ਆਫ ਲੋਜ਼ਾ, ਇਹ ਜਿਹੜਾ ਹੁਣ ਕੀ ਕੇਸ ਕੀ ਹੋਇਆ ਕਿ ਅੱਜ ਜਿਹੜਾ ਫੈਸਲਾ ਆਇਆ ਮੈਟਰ ਆਫ ਜੀਸਸ ਕਰਕੇ ਇੱਕ ਕੇਸ ਹੈ, ਇਹਦੇ ਵਿੱਚ ਇੱਕ ਬੰਦਾ ਸੀਗਾ ਐਲ ਸੈਲਵਾਡੋਰ ਦਾ ਸੀਗਾ, ਉਹਦਾ ਥੱਲੋਂ ਇਮੀਗ੍ਰੇਸ਼ਨ ਜੱਜ ਤੋਂ ਕੇਸ ਡਿਨਾਈ ਹੋ ਗਿਆ, ਉੱਤੋਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੋਂ ਕੇਸ ਡਿਨਾਈ ਹੋ ਗਿਆ। ਜਿਹੜਾ ਥੱਲੇ ਇਮੀਗ੍ਰੇਸ਼ਨ ਜੱਜ ਦੇ ਕੋਲੋਂ ਕੇਸ ਡਿਨਾਈ ਹੋਇਆ, ਉਹਦੇ ਵਕੀਲ ਨੇ ਕਰਾਇਆ, ਉਹੀ ਵਕੀਲ ਨੇ ਉਹਦੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੇ ਫਾਈਲ ਕੀਤੀ, ਉਹੀ ਵਕੀਲ ਨੇ ਉੱਥੇ ਕੇਸ ਡਿਨਾਈ ਹੋਇਆ, ਤੇ ਦੁਬਾਰਾ ਜਿਹੜਾ ਰੀਓਪਨ ਵਾਲੀ ਪਟੀਸ਼ਨ ਸੀਗੀ ਉਹ ਵੀ ਉਹੀ ਵਕੀਲ ਪਾ ਰਿਹਾ ਸੀਗਾ ਖੁਦ। ਹੁਣ ਕੀ ਸੀਗਾ ਕਿ ਇਹਦੇ ਖਿਲਾਫ ਰਿਮੂਵਲ ਆਰਡਰ ਲੱਗ ਚੁੱਕਾ ਸੀਗਾ, ਪਰ ਇਹਦਾ ਜਿਹੜਾ ਬੱਚਾ ਸੀਗਾ ਉਹ 21 ਸਾਲ ਦਾ ਹੋ ਚੁੱਕਾ ਸੀਗਾ, ਤੇ ਉਹਦੀ ਪਟੀਸ਼ਨ ਬੱਚੇ ਵੱਲੋਂ ਫਾਈਲ ਹੋ ਸਕਦੀ ਸੀਗੀ। ਪਰ ਜਿਹੜਾ ਇਹਦਾ ਇਮੀਗ੍ਰੇਸ਼ਨ ਲਾਇਰ ਸੀਗਾ, ਉਹਨੇ ਇੰਨਾ ਧਿਆਨ ਨਹੀਂ ਦਿੱਤਾ, ਬੰਦੇ ਦੀ ਕਦੀ ਗੱਲ ਨਹੀਂ ਸੁਣੀ ਇਸ ਹਿਸਾਬ ਨਾਲ, ਤੇ ਉਹਨੇ ਏਦਾਂ ਹੋਰ ਚੀਜ਼ਾਂ ਨਹੀਂ ਵੈਲੂਏਟ ਕੀਤੀਆਂ ਕਿ ਇਹਦੀ ਅਸਾਈਲਮ ਰਿਮੂਵਲ ਤੋਂ ਇਲਾਵਾ ਇਹਦੇ ਕੋਲ ਹੋਰ ਵੀ ਇਹਦੇ ਫੈਮਿਲੀ ਮੈਂਬਰ ਹੈਗੇ, ਇਹਦਾ ਇੱਥੇ ਵੀ ਕੇਸ ਬਣ ਸਕਦਾ ਹੈ। ਤੇ ਉਹਨੇ ਹੁਣ ਜਿਹੜਾ ਰੀਓਪਨ ਕੀਤੀ ਸੀਗੀ, ਉਹੀ ਵਕੀਲ ਨੇ ਫੇਰ ਆਪ ਕਰਤੀ ਰੀਓਪਨ ਫਾਈਲ, ਤੇ ਨਾਲ ਉਹਨੇ ਉਹਦੇ ਵਿੱਚ ਪਾਤਾ ਕਿ ਮੈਂ ਗਲਤੀ ਹੈ ਮੇਰੀ, ਮੈਂ ਗਲਤੀ ਮੰਨਦਾ, ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਇਹ ਤੋਂ ਪੁੱਛਣਾ ਚਾਹੀਦਾ ਸੀਗਾ ਕਿ ਤੇਰਾ ਬੱਚਾ ਕਿੰਨੇ ਸਾਲ ਦਾ, ਤੇਰੇ ਕੋਲ ਕੋਈ ਹੋਰ ਬੈਨੀਫਿਟ ਤਾਂ ਨਹੀਂ ਤੇਰੇ ਕੋਲ ਐਲੀਜੀਬਲ ਹੈਗਾ। ਤੇ ਇਸ ਕੇਸ ਤੇ ਡਿਸਕਸ਼ਨ ਸੀਗੀ ਕਿ ਹੁਣ ਵਕੀਲ ਕਹਿੰਦਾ ਕਿ ਮੈਂ ਮੰਨਦਾ ਮੇਰੀ ਗਲਤੀ ਹੈ, ਮੈਂ ਸੌਰੀ ਹੈਗਾ, ਇਹ ਕੇਸ ਨੂੰ ਖੋਲ ਦਿਓ। ਤੇ ਇਹਨੂੰ ਇਮੀਗ੍ਰੇਸ਼ਨ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਹੈ, ਉਹਨੇ ਇਹ ਕੇਸ ਨੂੰ ਡਿਨਾਈ ਕੀਤਾ। ਉਹਨਾਂ ਨੇ ਇਸ ਕੇਸ ਨੂੰ ਇਸ ਕਰਕੇ ਡਿਨਾਈ ਕੀਤਾ ਕਿ ਉਹ ਕਹਿੰਦੇ ਕਿ ਇਹ ਤਾਂ ਤੁਸੀਂ ਸੇਮ ਹੀ ਅਟਰਨੀ ਆ, ਆਪ ਹੀ ਫਾਈਲ ਕਰ ਰਿਹਾ, ਤੇ ਤੁਸੀਂ ਕਹਿ ਰਹੇ ਹੋ ਕਿ ਬਾਹਰ ਕੰਪਲੇਂਟ ਵੀ ਨਹੀਂ ਕਰਨੀ, ਕੰਪਲੇਂਟ ਵੀ ਨਹੀਂ ਕਰਨੀ। ਤੇ ਉਹ ਕਹਿੰਦੇ ਕਿ ਜਿਹੜਾ ਮੈਟਰ ਆਫ ਲੋਜ਼ਾਡਾ ਸੀਗਾ ਉਹਦੇ ਵਿੱਚ ਲਿਖਿਆ ਹੋਇਆ ਵਾ ਕਿ ਕੰਪਲੇਂਟ ਕਰਨੀ ਜ਼ਰੂਰੀ ਹੈ, ਜੇ ਕੰਪਲੇਂਟ ਨਹੀਂ ਕਰਨੀ ਤੁਸੀਂ ਦੱਸੋ ਕਿ ਕਿਉਂ ਨਹੀਂ ਕੰਪਲੇਂਟ ਕਰਨੀ। ਉਹ ਕਹਿੰਦੇ ਕਿ ਜਿੱਦਾਂ ਦਾ ਤੁਸੀਂ ਸਾਨੂੰ ਫੈਕਟ ਪੈਟਰਨ ਪ੍ਰੈਜ਼ੈਂਟ ਕੀਤਾ ਹੈ ਕਿ ਸਾਰਾ ਸੇਮ ਵਕੀਲ ਚੱਲ ਰਹੇ ਨੇ, ਜੇ ਆਪਾਂ ਇਦਾਂ ਲਾਅ ਕਰ ਦਈਏ ਫਿਰ ਤਾਂ ਹਰੇਕ ਵਕੀਲ ਇਹੀ ਕਹੂਗਾ ਕਿ ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਮਾਫ ਕਰ ਦਿਓ, ਇਹ ਵਾਲਾ ਕੇਸ ਰੀਓਪਨ ਕਰ ਦਿਓ। ਉਹਨਾਂ ਨੇ ਕਿਹਾ ਕਿ ਆਪਾਂ ਇਸ ਰਾਸਤੇ ਨਹੀਂ ਜਾਵਾਂਗੇ, ਕਿਉਂਕਿ ਇਹਦੇ ਤਹਿਤ ਫਿਰ ਵਕੀਲ ਤੇ ਕਲਾਇੰਟ ਆਪਸ 'ਚ ਐਗਰੀਮੈਂਟ ਕਰ ਸਕਦੇ ਆ, ਕਿਉਂਕਿ ਉਹਨਾਂ ਨੂੰ ਹੋਰ ਟਾਈਮ ਚਾਹੀਦਾ ਹੁੰਦਾ ਕਿ ਬੱਚਾ 21 ਸਾਲ ਦਾ ਹੋਵੇ। ਫਿਰ ਤੇ ਹਰੇਕ ਵਕੀਲ ਤੁਹਾਨੂੰ 10-15 ਸਾਲ ਇੱਥੇ ਲਟਕਾ ਕੇ ਤੁਹਾਡਾ ਕੇਸ ਖਰਾਬ ਕਰਕੇ ਆਪ ਹੀ ਜਾ ਕੇ ਮਾਫੀ ਮੰਗ ਲੂਗਾ ਕਿ ਹਾਂ ਮੇਰੇ ਕੋਲ ਗਲਤੀ ਹੋ ਗਈ। ਤੇ ਉਹ ਕਹਿੰਦੇ ਕਿ ਇਹ ਵਾਲੇ ਕੇਸ ਨੂੰ ਆਪਾਂ ਰੀਓਪਨ ਨਹੀਂ ਕਰਾਂਗੇ, ਆਪਾਂ ਕੇਸਿਸ ਨੂੰ ਤਾਂ ਹੀ ਰੀਓਪਨ ਕਰਾਂਗੇ ਜੇ ਤੁਸੀਂ ਅਟਰਨੀ ਦੀ ਬਾਰ ਦੇ ਖਿਲਾਫ ਤੁਸੀਂ ਕੰਪਲੇਂਟ ਕਰਦੇ ਹੋ, ਤੁਹਾਡੇ ਕੋਲ ਫੈਕਚੁਅਲ ਗਰਾਊਂਡ ਹੈਗੇ ਕਿ ਕੀ ਅਟਰਨੀ ਨੇ ਮੈਸਅਪ ਕੀਤਾ, ਕਿੱਦਾਂ ਖਰਾਬ ਕੀਤਾ, ਫਿਰ ਹੀ ਆਪਾਂ ਤੁਹਾਡਾ ਕੇਸ ਰੀਓਪਨ ਕਰਾਂਗੇ। ਜੀ। ਸੋ ਆਪਣੇ ਕਾਫੀ ਜਿਹੜੇ ਲੋਕ ਆ ਕਈ ਵਾਰੀ ਅਜਿਹੀਆਂ ਸਥਿਤੀਆਂ ਤੋਂ ਪਰੇਸ਼ਾਨ ਰਹਿੰਦੇ ਆ, ਸੋ ਉਹਨਾਂ ਦੇ ਲਈ ਕੀ ਸਲਾਹ ਹੈਗੀ ਆ? ਅ ਜੀ। ਜੀ।
ਜਿਹੜਾ ਕਲਾਇੰਟ ਹੈ ਜੀ ਉਹ ਲਾਇਰ ਨੂੰ ਹਾਇਰ ਕਰਦਾ ਹੈ, ਕਲਾਇੰਟ ਹੀ ਲਾਇਰ ਨੂੰ ਫਾਇਰ ਕਰਦਾ ਹੈ। ਲਾਇਰ ਅੱਜ ਦੀ ਡੇਟ ਦੇ ਵਿੱਚ ਇੱਕ ਸਰਵਿਸ ਪ੍ਰੋਵਾਈਡਰ ਹੈ, ਮਤਲਬ ਕਿ ਕਲਾਇੰਟ ਦੇ ਬੈਸਟ ਇੰਟਰਸਟ ਨੂੰ ਸੇਫਗਾਰਡ ਕਰਨਾ ਇੱਕ ਲਾਇਰ ਦੀ ਜ਼ਿੰਮੇਵਾਰੀ ਤੇ ਡਿਊਟੀ ਹੈ। ਤੇ ਜਿਹੜੀ ਬਾਰ ਹੈਗੀ ਆ ਉਹੀ ਕਹਿੰਦੀ ਹੈ ਕਿ ਲਾਇਰ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਸਾਰਾ ਕੇਸ ਸਟੱਡੀ ਕਰੇ, ਸਾਰੇ ਪਹਿਲੂ ਇਵੈਲੂਏਟ ਕਰੇ, ਕਿ ਇਹ ਨਹੀਂ ਕਿ ਸਿਰਫ ਅਸਾਈਲਮ ਵਾਲਾ ਕੇਸ ਹੈ ਤੇ ਸਿਰਫ ਅਸਾਈਲਮ ਦੇ ਕੇਸ ਦੇ ਥਰੂ ਬਣਨਾ ਹੈ, ਜੇ ਕੋਈ ਹੋਰ ਫੈਮਿਲੀ ਮੈਂਬਰ ਦੇ ਥਰੂ ਹੋਰ ਕੋਈ ਰਿਲੀਫ ਹੈ ਉਹ ਸਾਰੇ ਤੁਸੀਂ ਇਵੈਲੂਏਟ ਕਰਨੇ ਨੇ। ਤੇ ਜਿਹੜਾ ਕਲਾਇੰਟ ਹੈ ਉਹਨੂੰ ਕਿਸ ਚੀਜ਼ ਲਈ ਕੇਅਰਫੁਲ ਰਹਿਣਾ ਚਾਹੀਦਾ, ਉਹਨੂੰ ਇਸ ਚੀਜ਼ ਲਈ ਕੇਅਰਫੁਲ ਰਹਿਣਾ ਚਾਹੀਦਾ ਕਿ ਮੈਂ ਦੇਖਦਾ ਕਿ ਲੋਕਾਂ ਦੇ ਕੋਲ ਫਾਈਲਾਂ ਨਹੀਂ ਹੁੰਦੀਆਂ ਆਪਣੀਆਂ। ਜੇ ਤੁਹਾਡਾ ਥੱਲੋਂ ਦੀ ਪਹਿਲਾਂ ਕੇਸ ਫੇਲ ਹੁੰਦਾ ਤੁਸੀਂ ਸਾਰੀ ਫਾਈਲ ਕਢਾਓ ਆਪਣੀ, ਹੈ ਨਾ, ਕਿ ਪਹਿਲਾਂ ਮੈਨੂੰ ਤੁਸੀਂ ਲਾਇਰ ਨੂੰ ਮੰਗੋ ਕਿ ਦੱਸ ਫਾਈਲ ਕਿੱਥੇ ਹੈਗੀ ਆ। ਜੇ ਲਾਇਰ ਕਹਿੰਦਾ ਮੈਂ ਫਾਈਲ ਨਹੀਂ ਦੇਣੀ ਤੇਰੀ, ਤੁਸੀਂ ਬਾਰ ਨੂੰ ਕੰਪਲੇਂਟ ਕਰੋ, ਤੁਹਾਨੂੰ 1 ਸੈਕਿੰਡ ਵੀ ਝਿਜਕਣ ਦੀ ਲੋੜ ਨਹੀਂ। ਤੁਸੀਂ ਲਾਇਰ ਨੂੰ ਕਹੋ ਕਿ ਤੇਰੀ ਜ਼ਿੰਮੇਵਾਰੀ ਬਣਦੀ ਮੈਨੂੰ ਫਾਈਲ ਦੇਣੀ, ਜੇ ਤੂੰ ਨਹੀਂ ਫਾਈਲ ਦੇਣੀ ਮੈਂ ਤੇਰੀ ਬਾਰ ਨੂੰ ਕੰਪਲੇਂਟ ਕਰੂੰਗਾ। ਲਾਇਰ ਕੋਲ ਪੂਰੀ ਫਾਈਲ ਲਓ 100% ਜਿੱਦਾਂ ਦੀ ਸਬਮਿਸ਼ਨ ਹੋਈ। ਜੇ ਲਾਇਰ ਤੁਹਾਨੂੰ ਘੱਟ ਭੇਜ ਦਿੰਦਾ, ਉਹਨੂੰ ਕਹੋ ਕਿ ਤੇਰੀ ਰਿਕੁਆਇਰਮੈਂਟ ਹੈਗੀ ਹੈ, ਤੈਨੂੰ ਲਾਅ ਦੇ ਅਕੋਰਡਿੰਗ ਤੈਨੂੰ ਡਾਕੂਮੈਂਟਸ ਮੇਨਟੇਨ ਕਰਕੇ ਰੱਖਣੇ ਨੇ। ਜੇ ਫਿਰ ਤੁਹਾਡਾ ਅੱਗੇ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਦੇ ਵਿੱਚ ਲਾਇਰ ਫਾਈਲ ਕਰਦਾ ਹੈ, ਤੁਸੀਂ ਦੇਖੋ ਕਿ ਲਾਇਰ ਨੇ ਕੀ ਫਾਈਲ ਕੀਤਾ ਹੈ, ਤੁਹਾਡੇ ਬਰੀਫ ਦੇ ਵਿੱਚ ਕੀ ਲਿਖਿਆ। ਇਹ ਨਹੀਂ ਕਿ ਲਾਇਰ ਨੇ ਕਹਿਣਾ ਮੈਂ ਆਪ ਹੀ ਫਾਈਲ ਕਰ ਦੂੰਗਾ ਕਿ 1 ਪੇਜ ਦਾ ਬਰੀਫ ਲਾਤਾ। ਬਰੀਫ ਦੀ ਕੁਆਲਿਟੀ ਹੁੰਦੀ ਹੈ ਸਕੇਲ ਆਫ 0 to 10। ਜੇ ਘਟੀਆ ਬਰੀਫ ਜੀ ਫਾਈਲ ਹੋਊਗਾ, 0 ਲੈਵਲ ਵਾਲਾ ਫਾਈਲ ਹੋਊਗਾ ਤੇ ਡਿਨਾਇਲ ਹੀ ਲੱਗੂਗਾ। ਤੇ ਲਾਇਰ ਦਾ ਦੇਖੋ ਕਿ ਜਿਹੜਾ ਬਰੀਫ ਆ ਉਹਨੇ ਕਿੱਦਾਂ ਦਾ ਫਾਈਲ ਕੀਤਾ ਹੈ। ਦੂਜੇ ਲਾਇਰ ਨਾਲ ਕੰਸਲਟ ਕਰੋ, ਦੇਖੋ ਕਿ ਲਾਇਰ ਨੇ ਸਹੀ ਆਰਗੂਮੈਂਟ ਦਿੱਤੀਆਂ ਕਿ ਨਹੀਂ ਦਿੱਤੀਆਂ। ਜੇ ਲਾਇਰ ਨੇ ਸਹੀ ਆਰਗੂਮੈਂਟ ਨਹੀਂ ਦਿੱਤੀਆਂ, ਬਰੀਫ ਤੁਹਾਡਾ ਡਿਟੇਲਡ ਨਹੀਂ ਸੀਗਾ, ਉਹ ਉਹਦੀ ਫਾਈਲ ਲਓ। ਜੇ ਅੱਗੇ ਉੱਤੇ ਉਹ ਸਰਕਿਟ ਕੋਰਟ ਦੇ ਵਿੱਚ ਜਾਂਦਾ, 9th ਸਰਕਿਟ, 2nd ਸਰਕਿਟ, ਉਹ ਕੋ ਮੰਗੋ, ਉਹਨੂੰ ਕਹੋ ਦੱਸ ਮੈਨੂੰ ਕਿ ਕੀ ਬਰੀਫ ਲਗਾਇਆ ਮੇਰਾ, ਮੈਂ ਦੇਖਣਾ ਚਾਹੁੰਦਾ। ਉਹਨੂੰ ਸੈਕੰਡ ਅਟਰਨੀ ਕੋਲ ਲੈ ਕੇ ਜਾਓ, ਕੰਸਲਟੇਸ਼ਨ ਕਰੋ, ਦੇਖੋ ਕਿੱਥੇ ਗਲਤੀ ਹੋਈ ਹੈ, ਹੈ ਨਾ। ਉਹਦੇ ਬੇਸ ਤੇ ਫਿਰ ਤੁਸੀਂ ਦੇਖੋ ਕਿ ਤੁਹਾਡਾ ਮੋਸ਼ਨ ਟੂ ਰੀਓਪਨ ਫਾਈਲ ਕਰਨਾ ਬਣਦਾ ਕਿ ਨਹੀਂ ਬਣਦਾ, ਤੁਹਾਡੇ ਵਕੀਲ ਨੇ ਸਹੀ ਕੰਮ ਕੀਤਾ ਹੈ ਕਿ ਮਾੜਾ ਕੰਮ ਕੀਤਾ ਹੈ ਨਾ। ਤੇ ਕਾਫੀ ਸਾਰੇ ਜਿਹੜੇ ਕੇਸ ਹੁੰਦੇ ਨੇ ਕਿ ਆਪਾਂ ਦੇਖਦੇ ਹਾਂ ਕਿ ਬਰੀਫ ਜਿਹੜੇ ਹੈਗੇ ਨੇ 20-25 ਪੇਜਾਂ ਦੀ ਜਗ੍ਹਾ 1 ਅੱਧੇ ਪੇਜ ਦਾ ਲਾਇਆ ਹੁੰਦਾ ਖਾਨਾ ਪੂਰਤੀ ਕਰਨ ਲਈ, ਕਿਸੇ ਕੋਲ ਪੈਸੇ ਲੈ ਲਏ, ਹੂੰ 1-2 ਦਿਨ ਚ ਬਣਾ ਕੇ ਬਰੀਫ ਲਗਾਤਾ, ਪੈਰਾਲੀਗਲ ਤੋਂ ਬਣਾ ਲਿਆ, ਲੈਂਗੁਏਜ ਸਹੀ ਨਹੀਂ, ਗ੍ਰਾਮੈਟੀਕਲ ਮਿਸਟੇਕਸ ਹੈਗੀਆਂ। ਤੇ ਜੇ ਤੁਹਾਡੇ ਕੋਈ ਵੀ ਕੇਸ ਹੈਗਾ ਇਦਾਂ ਦਾ ਡਿਨਾਇਲ ਲੱਗਿਆ ਹੈਗਾ, ਜਿਹਦੇ ਵਿੱਚ ਕਿ ਤੁਹਾਨੂੰ ਲੱਗ ਰਿਹਾ ਕਿ ਸਹੀ ਕੰਮ ਨਹੀਂ ਕੀਤਾ ਵਕੀਲ ਨੇ, ਫਾਈਲਾਂ ਲਓ। ਜੇ ਵਕੀਲ ਤੁਹਾਡਾ ਫਾਈਲਾਂ ਦੇਣ ਤੋਂ ਮਨਾ ਕਰੇ, ਬਾਹਰ ਨੂੰ ਕੰਪਲੇਂਟ ਕਰੋ, ਵਕੀਲ ਦੀ ਜ਼ਿੰਮੇਵਾਰੀ ਬਣਦੀ ਹੈ। ਜੇ ਵਕੀਲ ਕਹਿੰਦਾ ਮੈਨੂੰ ਪਹਿਲਾਂ ਪੈਸੇ ਦੇ ਫਿਰ ਮੈਂ ਫਾਈਲਾਂ ਰਿਲੀਜ਼ ਕਰੂੰਗਾ, ਵਕੀਲ ਨੂੰ ਕਹੋ ਕਿ ਤੇਰਾ ਫਰਜ਼ ਬਣਦਾ ਹੈਗਾ ਕਿ ਤੂੰ ਮੇਰੀਆਂ ਫਾਈਲਾਂ, ਮੇਰੇ ਰੈਕਡ ਮੇਨਟੇਨ ਕਰਕੇ ਰੱਖੇ। ਤੇ ਵਕੀਲ ਦੀ ਜ਼ਿੰਮੇਵਾਰੀ ਹੈਗੀ ਹੈ ਕਿ ਫਾਈਲਾਂ ਮੇਨਟੇਨ ਕਰਕੇ ਰੱਖਣੀਆਂ। ਵਕੀਲ ਬਹਾਨਾ ਨਹੀਂ ਮਾਰ ਸਕਦਾ ਕਿ ਫਾਈਲਾਂ ਮੇਰੀਆਂ ਗਵਾਚ ਗਈਆਂ। ਜੀ ਜੀ ਬਿਲਕੁਲ। ਸੋ ਇਹ ਬਹੁਤ ਅਹਿਮ ਹਥਿਆਰ ਹੈਗਾ ਆ ਤੁਹਾਡੇ ਕੋਲ, ਜਿਹੜੇ ਤੁਸੀਂ ਡਾਲਰ ਦਿੰਦੇ ਹੋ ਇਹ ਵਕੀਲ ਨੂੰ, ਜਿਹੜੇ ਵੀ ਵਕੀਲ ਨੂੰ ਜਿਨ੍ਹਾਂ ਤੋਂ ਤੁਸੀਂ ਆਪਣੀ ਇਹ ਸਰਵਿਸ ਲੈ ਰਹੇ ਆ। ਤੇ ਜੇ ਤੁਸੀਂ ਆਪਣੇ ਕਿਸੇ ਵੀ ਇਮੀਗ੍ਰੇਸ਼ਨ ਦੇ ਮਸਲੇ ਦੇ ਬਾਰੇ ਗੱਲਬਾਤ ਕਰਨਾ ਚਾਹੁੰਦੇ ਹੋ, ਟੇਡਕੀਆਣਾ ਲਾ ਫਰਮ ਦੇ ਜਗਵੀਰ ਟੇਡਕੀਆਣਾ ਹੋਣਾ ਦੇ ਨਾਲ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਆ 4159090503, 415-909-0503 ਦੇ ਉੱਤੇ। ਤੇ ਜਗਵੀਰ ਜੀ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ। ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਅਗਲੇ ਹਫਤੇ ਫਿਰ ਗੱਲਬਾਤ ਕਰਾਂਗੇ ਨਵੀਆਂ ਖਬਰਾਂ ਤੇ ਅਗਲੀ ਵਾਰੀ ਹੋਪਫੁਲੀ ਆਪਾਂ ਜਿਹੜੀਆਂ ਕਾਲਸ ਆ ਉਹ ਆਪਾਂ ਜ਼ਰੂਰ ਲਵਾਂਗੇ। ਬੜੀ ਮਿਹਰਬਾਨੀ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨਿੱਕੀ ਕੀ ਜਈ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।